ਅੱਜ ਬਹੁਤ ਹੀ ਇੰਟਰਸਟਿੰਗ ਕੰਮ ਤੁਹਾਨੂੰ ਦਿਖਾਉਣਾ। ਸਵਾਦ ਆ ਜਾਣਾ ਵੇਖ ਕੇ। ਟਾਇਰਾਂ 'ਤੇ ਰਬੜ ਕਿਵੇਂ ਚੜ੍ਹਦੀ ਆ, ਤੱਤੀ ਰਬੜ ਕੀ ਹੁੰਦੀ ਆ ਅਤੇ ਠੰਡੀ ਰਬੜ ਕੀ ਹੁੰਦੀ ਆ, ਤੱਤੀ ਰਬੜ ਕਿਵੇਂ ਚੜ੍ਹਦੀ ਆ ਟਾਇਰਾਂ 'ਤੇ ਅਤੇ ਠੰਡੀ ਕਿਵੇਂ ਚੜ੍ਹਦੀ ਆ। ਅੱਜ ਤੁਹਾਨੂੰ ਸਾਰੀ ਜਾਣਕਾਰੀ ਦੇ ਦੇਣੀ ਆ। ਪੂਰਾ ਖੁੱਲ੍ਹਾ ਟਾਈਮ ਕੱਢ ਕੇ ਬੈਠਿਓ। ਟਰੈਕਟਰ ਦੇ ਟਾਇਰਾਂ 'ਤੇ ਕਿਹੜੀ ਰਬੜ ਚੜ੍ਹਨੀ ਚਾਹੀਦੀ ਆ, ਕਿਵੇਂ ਚੜ੍ਹਦੀ ਆ। ਵਾਕਈ ਰਬੜ ਚੜ੍ਹਨ ਦੇ ਨਾਲ ਨਵੇਂ ਟਾਇਰਾਂ ਜਿੰਨੀ ਮਜ਼ਬੂਤੀ ਬਣ ਜਾਂਦੀ ਆ ਕਿ ਨਹੀਂ ਬਣ ਜਾਂਦੀ, ਆਪਾਂ ਸਾਰੀ ਗੱਲਬਾਤ ਕਰਨੀ ਆ ਅਤੇ ਰਬੜ ਤੁਹਾਨੂੰ ਚੜ੍ਹਦੀ ਦਿਖਾਉਣੀ ਆ। ਆਹ ਹੁੰਦੇ ਆ ਮੰਨ ਲਓ ਸੈਂਚੇ ਜੇ, ਜਿਹਨੂੰ ਆਪਾਂ ਡਾਈਆਂ ਕਹਿ ਸਕਦੇ ਹਾਂ। ਇਹ ਹਰੇਕ ਟਾਇਰ ਦੇ ਨਾਪ ਦੀ ਅੱਡੋ ਅੱਡ ਡਾਈ ਆ। ਫਿਰ ਬਣਦੇ ਆ ਇਹਨਾਂ 'ਚ ਟਾਇਰ, ਅਤੇ ਕਿਵੇਂ ਬਣਦੇ ਆ ਤੁਹਾਨੂੰ ਸਾਰਾ ਪ੍ਰੋਸੈਸ ਹੀ ਦੱਸਦਾ। ਆ ਜਾਓ। ਪਹਿਲਾਂ ਜਿਹੜਾ ਟਾਇਰ ਆਉਂਦਾ ਇਹਨਾਂ ਕੋਲ ਫੈਕਟਰੀ ਵਾਲਿਆਂ ਕੋਲ, ਇਹਨੂੰ ਖੋਲ੍ਹਦੇ ਆ, ਸਣੇ ਰਿਮ ਲਿਆਉਂਦੇ ਆ, ਫਿਰ ਟੂਪ 'ਤੇ ਰਿਮ 'ਤੇ ਆਹ ਨੰਬਰ ਲਾ ਦਿੰਦੇ ਆ ਵੀ ਕਿਸੇ ਦਾ ਰਿਮ ਟੂਪ ਬਦਲੇ ਨਾ। ਫਿਰ ਉਹਨੂੰ ਆਹ ਚਰਖੇ ਜੇ 'ਤੇ ਚੜ੍ਹਾ ਲੈਂਦੇ ਆ। ਇੱਥੇ ਇਹਦੀ ਉੱਤੋਂ ਗੁੱਡੀ ਨੂੰ ਹੈਗੇ ਛਿਲਦੇ ਪੂਰੀ ਤਸੱਲੀ ਨਾਲ ਆਹ ਰਬੜ ਲਾਉਂਦੇ ਆ। ਆਹ ਦੇਖੋ ਇਹ ਘੁਕੀ ਜਾਂਦੀ ਆ, ਮੋਟਰਾਂ ਚੱਲੀ ਜਾਂਦੀਆਂ, ਇਹਦੇ ਉੱਤੋਂ ਰਬੜ ਲਾ ਕੇ ਇਹਨਾਂ ਨੇ ਜਮਾਂ ਇਹ ਟਾਇਰ ਨੂੰ ਕੇਰਾਂ ਮੁੰਨ ਦੇਣਾ, ਨਿਸ਼ਾ ਕਰ ਦੇਣੀ ਇਹਦੀ। ਆਹ ਦੇਖੋ ਜਿਹੜਾ ਪਾਸਾ ਇਹਦਾ ਰਗੜਤਾ ਉਹ ਇਹ ਐਂ ਬਣ ਗਿਆ। ਇਹਦੀ ਜਿਵੇਂ ਮਤਲਬ ਨਾ ਵਿੱਚੋਂ ਤਹਿ ਕੱਢ ਦੇਣੀ ਆ। ਤਹਿ ਵੀ ਇਕੱਲੀ ਤਹਿ ਨਹੀਂ, ਮਿੱਟੀ ਵੀ ਮਤਲਬ ਜਿੱਥੋਂ ਤੱਕ ਟਾਇਰ ਮਾੜਾ ਮੋਟਾ ਘਸ ਕੇ ਉਹਦੀਆਂ ਤੇੜਾਂ ਪੈ ਕੇ ਉਹਦੇ ਵਿੱਚ ਮਿੱਟੀ ਤੱਕ ਗਈ ਹੁੰਦੀ ਆ, ਉਹਨੂੰ ਸਾਰੇ ਨੂੰ ਪੂਰੀ ਤਸੱਲੀ ਨਾਲ ਮਸ਼ੀਨ 'ਤੇ ਚੜ੍ਹਾ ਕੇ ਅਤੇ ਇਹਨਾਂ ਨੇ ਲਾਹ ਦੇਣਾ ਹੁੰਦਾ। ਇਹ ਟਾਇਰ ਜਿਹੜਾ ਟਰੈਕਟਰ ਦਾ ਮਗਰਲਾ ਟਾਇਰ ਆ ਉਹ ਐਂ ਗੋਲ ਬਣ ਜਾਂਦਾ ਟਰੱਕ ਦੇ ਟਾਇਰ ਵਾਂਗੂ। ਉਦੋਂ ਬਾਅਦ ਉਹਦੀ ਕੰਨੀ ਨੂੰ ਆਹ ਹੱਥਾਂ ਵਾਲੀ ਮਸ਼ੀਨ ਨਾਲ ਐਂ ਛਿਲਦੇ ਆ। ਜਿੱਥੇ ਮਾੜੀ ਮੋਟੀ ਵਾਧ ਘਾਟ ਹੁੰਦੀ ਆ ਉਹਨੂੰ ਛਿੱਲ ਕੇ ਫਿਰ ਇਹਨੂੰ ਕੰਡੇ 'ਤੇ ਚੜ੍ਹਾ ਦਿੰਦੇ ਆ। ਟਾਇਰ ਨੂੰ ਕੰਡੇ 'ਤੇ ਚੜ੍ਹ ਗਿਆ, ਫਿਰ ਕੰਡੇ ਤੋਂ ਲਾਹ ਕੇ ਫਿਰ ਇੱਕ ਨਵਾਂ ਆਹ ਮਸ਼ੀਨ ਜੀ ਝਲਖੜਾ ਜਿਹਾ ਇਹ 'ਤੇ ਚੜ੍ਹਾ ਲੈਂਦੇ ਆ। ਇਹ 'ਤੇ ਇਹਦੇ ਉੱਤੇ ਲਾਉਂਦੇ ਆ ਸਲੋਸ਼ਨ, ਜਿਹਨੂੰ ਆਪਾਂ ਲੋਸ਼ਨ ਵੀ ਕਹਿ ਸਕਦੇ ਹਾਂ, ਸਲੋਸ਼ਨ ਉਹ ਲਾ ਦਿੰਦੇ ਆ। ਅਤੇ ਫਿਰ ਆਹ ਰਬੜ ਆ ਜਿਹੜੀ ਨਵੀਂ ਰਬੜ, ਮਤਲਬ ਇਹ ਰਬੜ ਇਹਦੇ ਉੱਤੇ ਆਹ ਦੇਖੋ ਐਂ ਕਰਕੇ ਪਹਿਲਾਂ ਤਾਂ ਲੇਅਰਾਂ ਜਿਹੀਆਂ ਬਣਦੀਆਂ। ਇਹ ਖਿੱਚ ਕੇ ਜਿੰਨੇ ਕਿਲੋ ਰਬੜ ਇੱਕ ਟਾਇਰ 'ਤੇ ਲੱਗਣੀ ਚਾਹੀਦੀ ਹੁੰਦੀ ਆ, ਆਹ ਲੋਸ਼ਨ ਲਾਸ਼ਨ ਜੇ ਮਲ ਕੇ ਅਤੇ ਇਹ ਟਾਇਰ ਦੀ ਕੰਨੀ ਕੁੰਨੀ ਦੇ ਉੱਤੇ ਚੜ੍ਹਾ ਕੇ ਅਤੇ ਮੁੜ ਕੇ ਆਹ ਦੇਖੋ ਐਂ ਕਰਕੇ ਇਹਨੂੰ ਇਹਦੇ ਨਾਲ ਦਬਾਅ ਪਾ ਦਿੰਦੇ ਆ। ਇਹਨੂੰ ਟਿਕਾ ਕੇ ਇਹਦੇ ਉਤਲੇ ਪਾਸੇ ਚਮੇੜ ਦਿੰਦੇ ਆ। ਇਹ ਲੋਸ਼ਨ ਲੱਗਿਆ ਹੁੰਦਾ ਕੁਛ, ਤਾਂ ਕੁਛ ਰਬੜ ਉਸ ਤਰ੍ਹਾਂ ਦੀ ਹੁੰਦੀ ਆ। ਇਹ ਕੇਰਾਂ ਟਾਇਰ ਦੇ ਨਾਲ ਜੇ ਲੱਗ ਜਾਂਦੀ ਆ। ਨਾਲ ਜੇ ਲੱਗ ਕੇ ਉਦੋਂ ਬਾਅਦ ਇਹਨਾਂ ਨੇ ਇਹਨੂੰ ਮੋਮਜਾਮੇ ਦੇ ਵਿੱਚ ਕਰ ਦੇਣਾ ਪੈਕ, ਕਿਉਂਕਿ ਕਿਸੇ ਵੀ ਟਾਇਰ ਦੇ ਉੱਤੇ ਮਿੱਟੀ ਦਾ ਇੱਕ ਕਿਣਕਾ ਵੀ ਨਹੀਂ ਲੱਗਣਾ ਚਾਹੀਦਾ ਹੁੰਦਾ। ਜੇ ਮਿੱਟੀ ਲੱਗ ਗਈ ਤਾਂ ਰਬੜ ਦੀ ਮਜ਼ਬੂਤੀ ਘਟ ਜਾਂਦੀ ਆ। ਫਿਰ ਇਹਨਾਂ ਨੇ ਇਹ ਟਾਇਰ ਨੂੰ ਲੈ ਕੇ ਆਉਣਾ ਆਹ ਸੈਂਚੇ 'ਚ। ਆਹ ਸੈਂਚੇ ਬਣੇ ਹੋਏ ਆ। ਇੱਥੇ ਸਿਰਫ ਆਹ ਜਿਹੜਾ ਸੈਂਚਾ ਨਾ, ਆਹ ਪਾਣੀ ਦਾ ਛਿੱਟਾ ਜਿਹਾ ਲਾਈ ਜਾਂਦੇ ਆ। ਕਿਤੇ ਐਂ ਨਾ ਸਮਝੋ ਬਾਬੇ ਤੋਂ ਜਲ ਕਰਾਇਆ ਵਾ, ਬਾਬੇ ਤੋਂ ਜਲ ਨਹੀਂ। ਇਹ ਐਂ ਆ ਵੀ ਟਾਇਰ ਆ ਜਿਹੜਾ ਗਰਮ ਹੋ ਕੇ ਨਾਲ ਨਾ ਚਿੰਬੜ ਜੇ, ਤਾਂ ਇਹ ਹੋਰ ਇਹ ਕਿਸੇ ਬਾਬੇ ਤੋਂ ਨਹੀਂ ਕਰਾਇਆ ਵਾ ਜਲ। ਇਹ ਕਰਕੇ ਅਤੇ ਆਹ ਇਹਨਾਂ ਨੇ ਦੇਣਾ ਇਹਨੂੰ ਇਹਦੇ 'ਚ ਨੱਪ। ਇੱਥੇ ਸਿਰਫ ਹਜੇ ਟਾਇਰ ਦੀ ਮਜ਼ਬੂਤੀ ਨਹੀਂ ਬਣਦੀ ਇਹ ਡਾਈ ਦੇ ਵਿੱਚ। ਇਹ ਡਾਈ ਦੇ ਵਿੱਚ ਸਿਰਫ ਬਣਦਾ ਟਾਇਰ ਦਾ ਸਾਈਜ਼ ਆ। ਇੱਕ ਵਾਰ ਸਾਈਜ਼ ਬਣ ਕੇ ਕੇਰਾਂ ਗੁੱਡੀਆਂ ਜਿਹੀਆਂ ਬਣ ਜਾਣਗੀਆਂ। ਫਿਰ ਇਹਨਾਂ ਨੇ ਇਹਦੇ ਵਿੱਚੋਂ ਆਹ ਦੇਖੋ ਇਹਨੂੰ ਕੱਢ ਲੈਣਾ। ਇਹਦੇ 'ਚੋਂ ਕੱਢ ਕੇ ਫਿਰ ਇਹ ਗਾਹਾਂ ਇੱਕ ਮਸ਼ੀਨ ਦੇ ਵਿੱਚ ਮਤਲਬ ਹੋਰ ਪੈਣਾ। ਫਿਰ ਉੱਥੇ 3-4 ਘੰਟਿਆਂ ਦੇ ਵਿੱਚ ਆਹ ਦੇਖੋ ਇਹਦੀ ਪਕਾਈ ਹੋ ਕੇ ਇਹਦੇ ਵਿੱਚ 100 ਮਤਲਬ ਪੁਆਇੰਟ ਹਵਾ ਭਰੀ ਹੁੰਦੀ ਹੈ, 100 ਪਾਉਂਡ। ਅਤੇ ਆਹ ਟੂਪ ਵੀ ਸਪੈਸ਼ਲ ਹੁੰਦੀ ਹੈ ਜਿਹੜੀ 100 ਪਾਉਂਡ ਹਵਾ ਝੱਲਦੀ ਆ। ਫਿਰ ਕਿਤੇ ਜਾ ਕੇ ਜਿਹੜਾ ਟਾਇਰ ਆ ਉਹ ਜੋੜਾ ਬਣਦਾ। ਅਤੇ ਆਹ ਹੈਗੇ ਆ ਠੰਡੀ ਰਬੜ ਚੜਾਉਣ ਵਾਲੇ ਪੈਮਾਨੇ।
ਠੰਡੀ ਰਬੜ ਤੇ ਤੱਤੀ ਰਬੜ 'ਚ ਕੀ ਫਰਕ ਹੁੰਦਾ, ਠੰਡ ਕੋਈ ਚੜਾਉਣੀ ਚਾਹੀਦੀ ਆ ਕਿ ਤੱਤ ਕੋਈ ਚੜਾਉਣੀ ਚਾਹੀਦੀ ਆ, ਕਿਹੜੀ ਮਸ਼ੀਨਰੀ ਤੇ ਠੰਡੀ ਕਾਮਯਾਬ ਆ, ਕਿਹੜੀ ਤੇ ਤੱਤੀ ਕਾਮਯਾਬ ਆ, ਆਪਾਂ ਸਾਰੀ ਗੱਲਬਾਤ ਕਰਦੇ ਆਂ। ਬਟਾਲੇ ਆਪਾਂ ਫੈਕਟਰੀ ਦੇ ਵਿੱਚ ਆਏ ਹੋਏ ਆਂ। ਪਿਆਰੇ ਦੋਸਤੋ, ਮੈਂ ਬੈਠਾ ਇਸ ਵਕਤ ਬਟਾਲਾ ਹਾਈਵੇ। ਹਾਂਜੀ, ਬਟਾਲਾ ਹਾਈਵੇ ਫੈਕਟਰੀ ਆ। ਠੰਡੀ ਤੇ ਗਰਮ ਰਬੜ ਦੋਨੇ ਰਬੜਾਂ ਚੜਾਉਂਦੇ ਆ। ਮੇਰੇ ਨਾਲ ਬੈਠੇ ਆ ਬਾਈ ਦਿਲਰੂਪ ਸਿੰਘ ਤੇ ਬਾਈ ਵਰਿੰਦਰਜੀਤ ਸਿੰਘ, ਦੋਨੇ ਬਾਪ ਬੇਟੇ ਆ। ਭਰਾਵਾਂ ਵਾਲਾ ਪਿਆਰ ਆ ਦੋਨਾਂ ਦਾ, ਭਰਾਵਾਂ ਵਾਂਗੂ ਪਿਆਰ ਵੀ ਆ ਤੇ ਯਾਰਾਂ ਵਰਗੇ ਯਾਰ ਵੀ ਆ, ਤੇ ਕੰਮ ਕਰਦੇ ਆ। ਇਸ ਵਕਤ ਬਹੁਤ ਸੋਹਣੀ ਟੀਮ ਬਣੀ ਹੋਈ ਆ ਦੋਨਾਂ ਦੀ, ਕੰਮ ਵੀ ਕਰਦੇ ਆ, ਨਾਂ ਵੀ ਬਹੁਤ ਆ, ਇੱਜ਼ਤ ਵੀ ਬਹੁਤ ਆ, ਤੇ ਬਹੁਤ ਇੱਜ਼ਤ ਵਾਲਾ ਕੰਮ ਕਰਦੇ ਆ। ਸਾਰਿਆਂ ਨੂੰ ਪਹਿਲਾਂ ਆਪਾਂ ਸਵਾਗਤ ਕਰਦੇ ਆ ਤੇ ਉਸ ਤੋਂ ਬਾਅਦ ਆਪਾਂ ਗੱਲਬਾਤ ਕਰਦੇ ਆ ਕਿ ਇਹ ਫੈਕਟਰੀ ਇੱਥੋਂ ਤੱਕ ਕਿਵੇਂ ਆਈ ਤੇ ਕਿਵੇਂ ਸਾਰਾ ਪ੍ਰੋਸੈਸ ਹੁੰਦਾ। ਸਾਰੀ ਗੱਲਬਾਤ ਆਪਾਂ ਬਾਈ ਜੀ ਹੁਣਾਂ ਤੋਂ ਸਮਝਦੇ ਆ। ਬਾਈ ਸਾਰਿਆਂ ਨੂੰ ਪਹਿਲਾਂ ਤੁਹਾਡਾ ਸਵਾਗਤ ਹੈ ਜੀ। ਤੁਹਾਡਾ ਸਵਾਗਤ ਹੈ ਬਾਈ ਜੀ। ਪਹਿਲਾਂ ਤਾਂ ਨਾ ਮੈਨੂੰ ਬਾਈ ਵਰਿੰਦਰਜੀਤ ਜੀ ਤੁਸੀਂ ਦੱਸੋ ਵੀ 40 ਸਾਲ ਪਹਿਲਾਂ, ਅੱਜ ਗੱਲ ਕੁਛ ਹੋਰ ਆ। ਹਾਂਜੀ, 40 ਸਾਲ ਪਹਿਲਾਂ ਇੱਕ ਜ਼ਿਮੀਂਦਾਰਾਂ ਦਾ ਜਵਾਕ, ਬਿਲਕੁਲ। ਉਹਨੇ ਕਿਵੇਂ ਸੋਚ ਲਿਆ ਵੀ ਯਾਰ ਮੈਂ ਫੈਕਟਰੀ ਕਰਾਂ, ਨਹੀਂ ਤਾਂ ਜਵਾਕ ਚੱਲੇ ਨੂੰ ਅਗਲਾ ਕਹਿੰਦਾ ਪੁੱਤ ਖੇਤੀ ਕਰਨੀ ਆਪਾਂ। ਬਿਲਕੁਲ ਬਿਲਕੁਲ। ਕਿਵੇਂ ਸੋਚਿਆ ਵੀ ਫੈਕਟਰੀ ਕਰਨੀ ਆ? ਮੇਰੇ ਨਾ ਜਿਹੜੇ ਫਾਦਰ ਸਨ ਉਹ 3 ਬ੍ਰਦਰ ਸੀਗੇ ਜੀ, ਤੇ ਉਹਨਾਂ ਨੇ ਇਹ ਸੋਚਿਆ ਸੀਗਾ ਕਿ ਸਾਨੂੰ ਇੱਕ ਚੰਗੀ ਐਜੂਕੇਸ਼ਨ ਦੇਣੀ ਹੈ ਜੀ, ਤੇ ਇਸ ਕਰਕੇ ਉਹਨਾਂ ਨੇ 10ਵੀਂ ਤੋਂ ਬਾਅਦ ਮੈਨੂੰ DAV ਕਾਲਜ ਜਲੰਧਰ ਪਾਤਾ ਜੀ। ਤੇ ਉੱਥੇ ਮੇਰੇ ਬਾਈ ਚਾਂਸ ਮੇਰੇ ਫਾਦਰ ਵੀ BDO ਵੈਸਟ ਲੱਗੇ ਸੀਗੇ ਜੀ। ਤੇ ਆਪਾਂ ਉੱਥੇ ਘੁੰਮਣਾ ਫਿਰਨਾ, ਸੇਠਾਂ ਦੇ ਬੱਚਿਆਂ ਨਾਲ ਰਹਿਣਾ ਜੀ, ਤੇ ਮਨ ਚ ਆਉਣਾ ਕਿ 40-45 ਕਿੱਲੇ ਪੈਲੀ ਵੀ ਹੈ ਜੀ, ਤੇ ਬਾਪ ਜਿਹੜੇ ਨੇ ਉਹ ਵੀ ਨੌਕਰੀ ਕਰਦੇ ਨੇ, ਹਾਂਜੀ, ਚੰਗੀ ਪੋਸਟ ਤੇ ਨੇ ਜੀ। ਉਹਨਾਂ ਤੋਂ ਛੋਟੇ ਜਿਹੜੇ ਨੇ ਉਹ ਆਰਮੀ 'ਚ ਨੇ, ਉਸ ਵੇਲੇ ਉਹ ਮੇਜਰ ਸੀਗੇ ਮੇਰੇ ਖਿਆਲ ਜੀ। ਤੇ ਜਿਹੜਾ ਤੀਸਰਾ ਭਰਾ ਸੀਗਾ ਫਾਦਰ ਦਾ, ਉਹ ਉਸ ਵੇਲੇ ਬੈਂਕ ਮੈਨੇਜਰ ਸੀ ਜੀ। ਤੇ ਮੈਂ ਸੋਚਦਾ ਪੈਸਾ ਹਮੇਸ਼ਾ ਮੇਰੇ ਕੋਲ ਜ਼ੀਰੋ ਹੀ ਹੁੰਦਾ। ਸੇਠਾਂ ਦੇ ਮੁੰਡਿਆਂ ਨੇ ਮੈਨੂੰ ਫਿਲਮ ਦਿਖਾਉਣੀ ਜੀ, ਸੇਠਾਂ ਦੇ ਮੁੰਡਿਆਂ ਨੇ ਮੈਨੂੰ ਰੈਸਟੋਰੈਂਟ ਲੈ ਕੇ ਜਾਣਾ ਜੀ, ਸੇਠਾਂ ਦੇ ਮੁੰਡਿਆਂ ਦੀਆਂ ਕਾਰਾਂ ਤੇ ਸੇਠਾਂ ਦੇ ਮੁੰਡਿਆਂ ਦੇ ਮੋਟਰਸਾਈਕਲ ਜੀ। ਤੇ ਮੈਂ ਕਿਹਾ ਯਾਰ ਕੋਈ ਗੱਲ ਜੱਚਦੀ ਨਹੀਂ, ਆਪਾਂ ਕਿੰਨੇ ਕੁ ਦਿਨ ਇਹਨਾਂ ਵੱਲ ਵੇਖਦੇ ਰਵਾਂਗੇ। ਮਨ ਤੇ ਉਹਨਾਂ ਨਾਲ ਸਾਂਝਾ ਨਾ ਕਰਨਾ ਜੀ। ਚਲੋ ਜਵਾਨੀ ਦਾ ਸਮਾਂ ਹੁੰਦਾ, ਬੰਦਾ ਬੇਸ਼ਰਮਾ ਵੀ ਖਾਂਦਾ ਪੀਂਦਾ ਰਹਿੰਦਾ, ਚਲੋ ਅਸੀਂ ਸੋਚਣਾ ਸਾਡਾ ਵੀ ਕਦੀ ਟਾਈਮ ਆਏਗਾ। ਤੇ ਪਿੰਡ ਆਉਣਾ, ਪਿੰਡ ਆ ਕੇ ਵੇਖਣਾ, ਤੇ ਮੰਮੀ ਜਦੋਂ ਕਈ ਵਾਰ ਡੈਡੀ ਦੇ ਨਾਲ ਨਹੀਂ ਸੀ, ਪਿੰਡ ਆ ਕੇ ਰਹਿੰਦੇ ਸੀਗੇ, ਤੇ ਦਾਦੀ ਨਾਲ ਸਾਡੀ ਮਾਂ ਮੈਂ 20 ਵਾਰੀ ਵਿਹੜੇ 'ਚ ਪੋਚਾ ਮਾਰਦੀ ਵੇਖੀ ਹੈ। ਜੀ, ਜੀ, ਜੀ। ਤੇ ਮਨ ਤੇ ਬੜਾ ਅਸਰ ਹੋਣਾ ਕਿ ਜਿਹੜੀਆਂ ਸੇਠਾਣੀਆਂ ਨੇ ਉਹਨਾਂ ਨੇ ਤੇ 4-4 ਨੌਕਰਾਣੀਆਂ ਰੱਖੀਆਂ, ਤੇ ਮਾਂ ਮੇਰੀ ਪੋਚਾ ਮਾਰਦੀ ਆ। ਅਬੇ ਅਸੀਂ ਏਡੀ ਪੈੜੀ ਵਾਲੇ, ਅਸੀਂ ਏਡੀ ਪੈੜੀ ਵਾਲੇ, ਹੈਂਕੜ ਸਾਡੀ ਏਡੀ। ਹਾਂਜੀ, 50 ਪਿੰਡਾਂ 'ਚ ਸਾਡਾ ਰੌਲਾ ਵਾ ਕਿ ਇਹ ਤਿੰਨੇ ਭਰਾ ਜੀ ਬਹੁਤ ਵਧੀਆ ਨੇ ਤੇ ਇਹਨਾਂ ਦੇ ਬੱਚੇ ਬਹੁਤ ਸੋਹਣੀ ਐਜੂਕੇਸ਼ਨ ਲੈ ਰਹੇ ਆ। ਤੇ ਨੈਚੁਰਲੀ ਮਨ ਤੇ ਬਹੁਤ ਅਸਰ ਹੁੰਦਾ, ਤੇ ਮੇਰੇ ਮਨ ਤੇ ਨਾ ਇਹ ਗੱਲ ਅਸਰ ਹੋ ਗਿਆ ਕਿ ਆਪਾਂ ਹੁਣ ਜੋ ਕੰਮ ਕਰਨਾ ਨਾ ਉਹੀ ਕੰਮ ਕਰਨਾ ਜੋ ਸੇਠ ਕਰਦੇ ਆ। ਬਸ ਇਹ ਨਹੀਂ ਕਿ ਜਿਹੜੀ ਜਿਹੋ ਜੀ ਕਹਿੰਦੇ ਬੈਠਕ ਉਹੋ ਜੀ ਸੋਹਤ, ਬਸ ਹਨਾ, ਉਹ ਸਿਆਣੇ ਜਿਹੜੀ ਕਹਾਵਤ ਕਰਦੇ ਹੁੰਦੇ ਹਨਾ ਵੀ ਸੰਗਤ ਦੀ ਰੰਗਤ ਹੋਊਗੀ ਬਸ। ਤੇ ਉਹ ਫਿਰ ਮੇਰੇ ਮਨ 'ਚੋਂ ਗੱਲ ਗਈ ਨਹੀਂ ਜੀ। ਉਸ ਤੋਂ ਅੱਗੇ ਤੁਹਾਡੇ ਸਟਰਗਲ ਦੀ ਜਿਹੜੀ ਕਹਾਣੀ ਆ ਉਹ ਫਿਰ ਪੁੱਛਦਾ ਮੈਂ ਤੁਹਾਨੂੰ। ਹਾਂ, ਆਪਾਂ ਹੁਣ ਥੋੜੇ ਮੌਕੇ ਤੇ ਆ ਜਾਈਏ। ਹਾਂਜੀ ਭਾਈ ਦਿਲਰੂਪ, ਜਦੋਂ ਕੋਈ ਇੱਕ ਜ਼ਿਮੀਂਦਾਰ ਬੰਦੇ, ਤੁਸੀਂ 2 ਤਰ੍ਹਾਂ ਦੀ ਰਬੜ ਚੜਾਉਣੇ ਆ, ਇੱਕ ਠੰਡੀ, ਇੱਕ ਗਰਮ। ਬਿਲਕੁਲ। ਪਹਿਲਾਂ ਤਾਂ ਮੈਨੂੰ ਇਹ ਦੱਸੋ ਵੀ ਠੰਡੀ ਤੇ ਗਰਮ, ਠੰਡੀ ਤੇ ਤੱਤੀ 'ਚ ਫਰਕ ਕੀ ਹੁੰਦਾ? ਦੇਖੋ ਜੀ, ਇਹ ਤੇ ਠੰਡੀ ਤੱਤੀ ਦੀ ਪੰਜਾਬੀ ਭਾਸ਼ਾ ਜਿਵੇਂ ਪ੍ਰਚਲਿਤ ਹੁੰਦਾ ਨਾ, ਉਦਾਂ ਪ੍ਰਚਲਿਤ ਹੈ। ਰਬੜਾਂ ਦੇ ਸਾਰੀਆਂ ਗਰਮ ਹੀ ਹੁੰਦੀਆਂ। ਇਹ ਹੌਟ ਪ੍ਰੋਸੈਸ ਗਰਮ ਤਰੀਕੇ ਨਾਲ ਹੀ ਤਿਆਰ ਹੁੰਦਾ ਸਾਰਾ ਕੁਝ, ਟਾਇਰ ਅਲਟੀਮੇਟਲੀ ਇਹ ਸਭ ਗਰਮੀ ਦਾ ਹੀ ਕੰਮ ਆ। ਪਰ ਜਿਹੜੀ ਠੰਡੀ ਜਿਹਨੂੰ ਆਪਾਂ ਕਹਿ ਦਿੰਦੇ ਝਟਕਾ ਭਾਸ਼ਾ 'ਚ, ਉਹ ਪਹਿਲਾਂ ਗੁੱਡੀਆਂ ਤਿਆਰ ਹੁੰਦੀਆਂ, ਬੈਲਟ ਹੁੰਦੀ ਆ, ਗੁੱਡੀ ਤਿਆਰ ਆਉਂਦੀ ਆ ਜਿਹੜੀ ਕਿ ਫਲੈਟ ਸਰਫੇਸ ਤਿਆਰ ਦੇ ਪੱਧਰੇ ਟਾਇਰ, ਜਿਵੇਂ ਟਰੱਕ ਦੇ ਹੋ ਗਏ, ਟਰਾਲੀਆਂ ਦੇ ਹੋ ਗਏ, ਜਾਂ ਵੋਲਵੋ ਬੱਸਾਂ ਦੇ ਹੋ ਗਏ, ਉਹਨਾਂ ਟਾਇਰਾਂ ਲਈ ਠੰਡੀ ਰਬੜ ਹੁੰਦੀ ਹੈ, ਜਿਹਦੇ 'ਚ ਗੁੱਡੀ ਪਹਿਲਾਂ ਤਿਆਰ ਹੁੰਦੀ ਹੈ। ਤੇ ਜਿਹੜੀ ਗਰਮ ਰਬੜ ਹੁੰਦੀ ਆ, ਉਹ ਕੱਚੀ ਰਬੜ ਪਿੱਛੋਂ ਆਉਂਦੀ, ਰੋਲ ਆਉਂਦਾ, ਉਹਨੂੰ ਟਾਇਰ ਨੂੰ ਅਸੀਂ ਬਫ ਕਰਕੇ, ਡਸਟਿੰਗ ਕਰਕੇ, ਉਹਨੂੰ ਉੱਤੇ ਸੋਲੂਸ਼ਨ ਮਾਰ ਕੇ ਪ੍ਰੋਪਰ ਤਰੀਕੇ ਨਾਲ ਪੇਸਟਿੰਗ ਕਰਕੇ ਮੋਲਡ ਵਿੱਚ ਪਾਇਆ ਜਾਂਦਾ। ਮੋਲਡ ਵਿੱਚ ਉਹ ਡਿਜ਼ਾਈਨ, ਗੁੱਡੀ ਦਾ ਡਿਜ਼ਾਈਨ ਮੋਲਡ ਦੇ ਅੰਦਰ ਹੁੰਦਾ। ਜਦੋਂ 3 ਘੰਟੇ ਬਾਅਦ ਟਾਇਰ ਨਿਕਲਦਾ, ਫਿਰ ਗੁੱਡੀ ਉਹ 'ਚੋਂ ਤਿਆਰ ਹੋ ਕੇ ਨਿਕਲਦੀ। ਸੋ ਇਹ ਬੇਸਿਕਲੀ
ਗਰਮ ਰਬੜ ਤੇ ਠੰਡੀ ਰਬੜ ਦਾ ਫਰਕ ਆ। ਜਿਹੜੀ ਗਰਮ ਰਬੜ ਆ ਟਰੈਕਟਰ ਤੇ ਕਾਮਯਾਬ ਗਰਮ ਰਬੜ ਆ, ਟਰੈਕਟਰ ਦੇ ਪਿਛਲੇ ਟਾਇਰ ਲਈ ਅੱਜ ਤੱਕ ਕੋਈ ਟੈਕਨੋਲੋਜੀ ਨਹੀਂ ਜਿਹੜੀ ਠੰਡੀ ਰਬੜ ਆਈ ਹੋਵੇ। ਜਿਹੜੀ ਆਈ ਵੀ ਆ ਉਹ ਕੋਈ ਕਾਮਯਾਬ ਨਹੀਂ ਮੰਨੀ ਜਾਂਦੀ। ਠੀਕ ਹੈ। 40 ਸਾਲਾਂ ਤੋਂ ਅਸੀਂ ਕੰਮ ਕਰ ਰਹੇ ਹਾਂ ਲਗਭਗ, ਤੇ ਉਹਦੇ 'ਚ ਆਪਾਂ ਟੋਟਲ ਗਰਮ ਰਬੜ ਹੀ ਟਰੈਕਟਰ ਦੇ ਟਾਇਰ ਤੇ ਪਿਛਲੇ ਯੂਜ਼ ਕਰ ਰਹੇ ਹਾਂ। 5 ਸਾਲ ਦੀ ਟਰੈਕਟਰ ਦੇ ਪਿਛਲੇ ਟਾਇਰ ਤੇ ਅਸੀਂ ਗਰੰਟੀ ਦਿੰਦੇ ਆ, ਕੋਈ ਗੁੱਡੀ ਫੁੱਟ ਜੇ, ਕੋਈ ਮੁਸ਼ਕਲ ਆ ਜੇ, ਸਾਰੀ ਕਵਰੇਜ ਦਿੰਦੇ ਆ। ਤੇ ਬਹੁਤ ਵਧੀਆ ਕੰਮ ਕਰ ਰਹੇ 40 ਸਾਲ ਤੋਂ ਤੇ ਚੱਲੀ ਜਾ ਰਿਹਾ। ਮੈਨੂੰ ਦਿਲਰੂਪ ਭਾਈ ਇੱਕ ਗੱਲ ਹੋਰ ਦੱਸ। ਹਾਂਜੀ। ਇੱਕ 14/6/28 ਦਾ ਮੰਨ ਲਓ ਟਾਇਰ ਆ ਹਨਾ, 14/9/28 14/9/28 ਹਾਂ 14/9/28 12 12 13 12/4/28 13/6/28 14/9/28 16/9/28 14/9/28 ਦਾ ਟਾਇਰ ਆ। ਹਾਂਜੀ। ਉਹਦਾ ਮਗਰਲਾ ਜੋੜਾ, ਚਲੋ ਆਪਾਂ ਕਿਸੇ ਕੰਪਨੀ ਦਾ ਨਾਮ ਨਹੀਂ ਲੈਂਦੇ, ਹਾਂਜੀ ਹਾਂ ਇੱਕ ਮਤਲਬ ਜੇ ਚੰਗੀ ਕੰਪਨੀ ਆਪਾਂ ਕਹਿ ਦਿੰਦੇ ਆ, ਹਾਂਜੀ ਚੰਗੀ ਕੰਪਨੀ ਦਾ ਜਿਹੜਾ ਜੋੜਾ ਉਹ ਨਵਾਂ ਕਿੰਨੇ ਦਾ ਪੈਂਦਾ, ਹਾਂਜੀ ਤੇ ਜੇ ਤੁਹਾਡੇ ਤੋਂ ਰਬੜ ਚੜਾਵੇ ਤਾਂ ਉਹਦਾ ਕਿੰਨਾ ਫਰਕ ਪੈ ਜਾਂਦਾ? ਹਾਂਜੀ। ਮੈਂ ਗੱਲ ਕਰ ਰਿਹਾ ਜੀ 16/9/28 ਦੀ। ਜੀ 16/9/28 ਸਭ ਤੋਂ ਮਹਿੰਗਾ ਟਾਇਰ ਹੈ। ਟਰੈਕਟਰ ਜਿਹੜੇ ਆਪਣੇ ਜਿਹੜੇ ਵਾਹੀ ਦੇ ਚ ਕੰਮ ਵੱਡੇ ਟਰੈਕਟਰ ਦੇ 16/9/28 ਸਭ ਤੋਂ ਮਹਿੰਗਾ ਟਾਇਰ ਹੁੰਦਾ। ਉਹ ਤੁਸੀਂ ਜਾਓਗੇ ਬਜਾਜ ਜਾਣਾ ਐਟਲੀਸਟ 55 ਤੋਂ 60,000 ਦੀ ਜੋੜੀ ਆਏਗੀ ਜੀ ਨਵੀਂ ਜਿਹੜੀ ਆ। ਜੀ ਜਿਹੜਾ ਅਸੀਂ ਇੱਥੇ ਰੀਸੋਲ ਕਰਕੇ ਦਿੰਦੇ ਆ ਉਹ 25,000 ਦੇ ਵਿੱਚ ਰੀਸੋਲ ਕਰਕੇ ਦਿੰਦੇ ਆ, 5 ਸਾਲ ਦੀ ਗਾਰੰਟੀ ਨਾਲ ਦਿੰਦੇ ਆ। ਉਹ ਲਗਭਗ ਟਾਇਰ ਉਨਾ ਹੀ ਚੱਲਦਾ, ਮਾਈਨਰ ਡਿਫਰੈਂਸ ਹੁੰਦਾ ਨਵੇਂ ਤੇ ਪੁਰਾਣੇ। ਜੋ ਨਵਾਂ ਟਾਇਰ ਵੀ ਤਿਆਰ ਕੀਤਾ ਜਾਂਦਾ ਕੰਪਨੀਆਂ 'ਚ, ਪਹਿਲਾਂ ਗ੍ਰੀਨ ਟਾਇਰ ਉਹਦਾ ਬੇਸ ਤਿਆਰ ਹੁੰਦਾ, ਇਦਾਂ ਹੀ ਉੱਤੇ ਫਿਰ ਵਰਲਡ ਵਿੱਚ ਕੰਪਨੀਆਂ ਰੀਟ੍ਰੇਡਿੰਗ ਰੀਸੋਲ ਰਿਕਮੈਂਡ ਕਰਦੀਆਂ। ਇਹ ਕੋਈ ਜਗਾੜ ਵਾਲਾ ਕੰਮ ਨਹੀਂ, ਬਹੁਤ ਵਧੀਆ ਸਟੈਂਡਰਡ ਸਪੈਸੀਫਿਕੇਸ਼ਨ ਦਾ ਕੰਪਨੀਆਂ ਕੰਮ ਕਰਦੀਆਂ। ਕੋਈ MRF ਹੋ ਗਈ, ਕੋਈ ਕੰਟੀਨੈਂਟਲ ਹੋ ਗਈ, ਈਵਨ ਕਿ ਟਾਇਰਾਂ ਉੱਪਰ ਵੀ ਲਿਖਿਆ ਹੁੰਦਾ ਵੀ ਜੇ ਤੁਸੀਂ ਇਸ ਟਾਇਰ ਨੂੰ ਰੀਸੋਲ ਕਰਾਉਣਾ ਜੀ ਤੇ ਕਿਸ ਪੈਮਾਨੇ ਨਾਲ ਕਰਾਉਣਾ, ਉੱਤੇ ਬੈਲਟ ਜਿਹੜੀ ਟੌਪ ਲੱਗਣੀ ਆ ਕਿੱਦਾਂ ਦੀ ਲੱਗਣੀ ਆ, ਇਹਦੇ ਪ੍ਰੈਸ਼ਰ ਕਿੰਨਾ ਹੋਣਾ ਚਾਹੀਦਾ, ਮਤਲਬ ਪ੍ਰੋਪਰ ਸਟੈਂਡਰਡ ਸਪੈਸੀਫਿਕੇਸ਼ਨ ਵਾਲਾ ਕੰਮ ਹੈ ਜੀ। ਵੀ ਮਤਲਬ ਐ ਨਹੀਂਗਾ ਵੀ ਆਪਾਂ ਕਹਿ ਲਈਏ ਵੀ ਉਹੀ ਠੱਕ ਜਾ ਕਿਸੇ ਨੇ ਡਾਂਜਾਂ ਬਣਾ ਕੇ ਵੱਢ ਲਿਆ ਕੋਈ। ਨਹੀਂ ਬਿਲਕੁਲ ਇਦਾਂ ਨਹੀਂ ਜੀ। ਡਾਈਆਂ ਵਧਾਉਣਾ ਇਦਾਂ ਜੀ ਠੱਕ ਵਾਲਾ ਕੰਮ ਹੁੰਦਾ ਜੀ। 40 ਸਾਲ ਆਪਾਂ ਮਾਰਕੀਟ 'ਚ ਸਟੈਂਡ ਨਹੀਂ ਕਰ ਸਕਦੇ। 40 ਸਾਲ ਹੋ ਗਏ ਹੁਣ ਇੱਥੇ ਬੈਠਿਆਂ ਨੂੰ, ਕਿਸੇ ਦਾਦਿਆਂ ਦਾ ਕੰਮ ਸ਼ੁਰੂ ਹੋਇਆ, ਅੱਜ ਤੀਜੀ ਪੀੜ੍ਹੀ ਇੱਥੇ ਆ ਕੇ ਬੈਠੀ ਆ ਕੰਮ। ਮੈਂ ਇੱਕ ਗੱਲ ਮੈਨੂੰ ਦਿਲਰੂਪ ਭਾਈ ਹੋਰ ਦੱਸੋ। ਹਾਂਜੀ। ਮੰਨ ਲਓ ਵੀ ਕੋਈ ਜ਼ਿਮੀਂਦਾਰ ਆ 200 ਕਿਲੋਮੀਟਰ ਤੇ ਬੈਠਾ, ਹਾਂਜੀ, ਸਾਰੇ ਪੰਜਾਬ 'ਚ ਕਿਤੇ ਵੀ ਬੈਠਾ, ਪੰਜਾਬੀ ਭਾਸ਼ਾ ਸੁਣਦਾ ਤਾਂ ਪੰਜਾਬ 'ਚੋਂ ਕਿਤੇ ਵੀ ਫੋਨ ਆ ਸਕਦਾ। ਬਿਲਕੁਲ। ਉਹ ਬੰਦਾ ਫਿਰ ਟਾਇਰ ਲੈ ਕੇ ਆਊਗਾ ਤੁਹਾਡੇ ਕੋਲੇ, ਫਿਰ ਬਦਲਾ ਕੇ ਲੈ ਕੇ ਜਾਊਗਾ? ਨਹੀਂ ਦੇਖੋ ਜੀ, ਪਹਿਲੀ ਆਪਸ਼ਨ ਤੇ ਇਹ ਅਸੀਂ ਦਿੰਦੇ ਆ ਕਿ ਜਿਹੜਾ ਤੇ 100 ਕਿਲੋਮੀਟਰ ਦੇ ਵਿੱਚ ਬੰਦਾ ਹੁੰਦਾ ਨਾ, ਉਹ ਕਹਿੰਦਾ ਜੀ ਮੇਰੇ ਟਾਇਰ ਤੇ ਰੀਸੋਲ ਕਰ ਦਿਓ। ਉਹਨਾਂ ਦੇ ਟਾਇਰ ਅਸੀਂ ਪਿਕ ਕਰ ਲੈਂਦੇ ਆ, ਲੈ ਆਉਂਦੇ ਆ, 3rd ਡੇ ਵਾਪਸ ਅਸੀਂ ਰੀਸੋਲ ਕਰਕੇ ਉਹਨੂੰ ਵਾਪਸ ਭੇਜ ਦਿੰਦੇ ਆ ਜੀ। 100 ਕਿਲੋਮੀਟਰ ਤੱਕ ਤੇ ਪਹਿਲਾਂ ਸਾਡਾ ਸੀਗਾ ਕਿ ਅਸੀਂ ਫ੍ਰੀ ਡਿਲੀਵਰੀ ਦਿੰਦੇ ਆ। ਹੁਣ ਅਸੀਂ ਪੈਨ ਪੰਜਾਬ ਆਲ ਓਵਰ ਪੰਜਾਬ ਹੀ, ਕਿਉਂਕਿ ਗੱਡੀਆਂ ਜਾਂਦੀਆਂ ਰਹਿੰਦੀਆਂ, ਕੋਈ ਸੰਗਰੂਰੋਂ ਟਾਇਰ ਕਿਸੇ ਨੇ ਪੁੱਛ ਲਏ, ਕਿਤੋਂ ਬਰਨਾਲਿਓਂ ਪੁੱਛ ਲਏ, ਕਿਸੇ ਨੇ ਮਲੇਰਕੋਟਲੋਂ ਪੁੱਛ ਲਏ, ਇਦਾਂ ਚੱਲਦਾ ਰਹਿੰਦਾ ਸਰਕਲ। ਸੋ ਜਿਹੜੀ ਪਿਕਅਪ ਤੇ ਡ੍ਰੌਪ ਸਰਵਿਸ ਹੈ ਨਾ, ਇਹ ਫ੍ਰੀ ਆਫ ਕਾਸਟ ਆ। ਜਿਹੜੀ ਅਸੀਂ ਪ੍ਰਾਈਸ ਜਦੋਂ ਕਾਲ ਕਰਦਾ ਕੋਈ ਕਸਟਮਰ, ਪ੍ਰਾਈਸ ਜਿਹੜੀ ਅਸੀਂ ਕੋਟ ਕਰਦੇ ਆ ਨਾ, ਉਹ ਟਰਾਂਸਪੋਰਟ 'ਚ ਇੰਕਲੂਡਿੰਗ ਹੁੰਦੀ। ਇੱਕ ਗੱਲ ਮੈਨੂੰ ਹੋਰ ਦੱਸੋ। ਹਾਂਜੀ। ਵੀ ਇੱਕ ਹੋ ਗਿਆ, ਇੱਕ ਤਾਂ ਹੋ ਗਿਆ ਵੀ ਫਿਰ ਇਹਦੇ ਲਈ 3 ਦਿਨ ਤਾਂ ਲੱਗ ਹੀ ਗਏ ਨਾ, ਘੱਟ ਤੋਂ ਘੱਟ। ਇੱਕ ਦਿਨ ਲਾਉਣ ਦਾ ਹੋ ਗਿਆ, ਇੱਕ ਦਿਨ ਬਣਾਉਣ ਦਾ ਹੋ ਗਿਆ, ਤੇ ਇੱਕ ਦਿਨ ਛੱਡ ਕੇ ਆਉਣ ਦਾ। 3rd ਡੇ ਡਿਲੀਵਰੀ। 3 ਦਿਨ ਹੋ ਗਏ। ਬਿਲਕੁਲ। ਇੱਕ ਬੰਦਾ ਕਹਿੰਦਾ ਮੈਨੂੰ ਤਾਂ ਯਾਰ ਅਭੀ ਚਾਹੀਦੇ ਆ, ਤੱਤੇ ਘਾਹ ਚਾਹੀਦੇ, ਉਹਦੇ ਲਈ ਜੀ ਇਹ ਆਪਸ਼ਨ ਹੁੰਦੀ ਆ ਕਿ ਵੀ ਸਾਡੇ ਕੋਲ ਇੱਥੇ ਰੀਸੋਲ ਚੰਗੀਆਂ ਕੇਸਿੰਗਾਂ, ਵਧੀਆ ਮਾਡਲ ਵਾਲੀਆਂ MRF, ਗੁੱਡੀਅਰ, ਪੋਲੋ, ਚੰਗੇ ਜਿਹੜੇ ਬ੍ਰਾਂਡ ਨੇ, ਉਹਨਾਂ ਦੀ ਕੇਸਿੰਗਸ ਅਸੀਂ ਲੈ ਕੇ, ਘਸੇ ਹੋਏ ਟਾਇਰ ਲੈ ਕੇ ਉਹਨਾਂ ਨੂੰ ਰੀਸੋਲ ਕਰਕੇ ਤਿਆਰ ਰੱਖੇ ਹੁੰਦੇ ਆ। ਜਿਹੜਾ ਮਾਲਵੇ 'ਚ ਹੀ ਜ਼ਿਆਦਾ ਟਾਇਰ ਭੇਜ ਰਹੇ ਆ, ਲੋਕਾਂ ਨੂੰ ਇਮੀਡੀਏਟ ਲੋੜ ਹੁੰਦੀ ਆ, ਉਹ ਕਾਲ ਕਰਦੇ ਨੇ, ਰੇਟ ਪੁੱਛਦੇ ਨੇ, ਇੱਥੋਂ ਕਹਿੰਦੇ ਆ ਜੀ ਤੁਸੀਂ 16/9/28 14/9/28 ਜਾਂ 13/6/28 ਜਿਹੜੇ ਵੀ ਟਾਇਰ ਉਹਨਾਂ ਨੂੰ ਚਾਹੀਦੇ ਹੁੰਦੇ ਨੇ, ਉਹ ਆਰਡਰ ਲਿਖਾ ਦਿੰਦੇ ਨੇ। ਇੱਥੋਂ ਗੱਡੀ ਬੜੇ ਬਣਾਏ ਟਾਇਰ, ਜਿਹੜੇ ਟਾਇਰ ਇਹ ਰੈਡੀ ਹੁੰਦੇ ਨੇ, ਇੱਥੋਂ ਗੱਡੀ ਲੋਡ ਕਰਦੀ ਆ, 4-5 ਘੰਟਿਆਂ 'ਚ ਉਹਨਾਂ ਕੋਲ ਡਿਲੀਵਰ ਹੋ ਜਾਂਦੀ ਉੱਥੇ ਜਾ ਕੇ। ਉਹ ਡਿਲੀਵਰੀ, ਹਾਂ, ਕੈਸ਼ ਔਨ ਡਿਲੀਵਰੀ ਦਾ ਕੰਮ ਹੈ ਜੀ। ਕੋਈ ਕਸਟਮਰ ਤੇ ਕੋਈ ਫੋਰਸ ਨਹੀਂ ਹੁੰਦਾ ਵੀ ਕਸਟਮਰ ਨੇ, ਕਿਉਂਕਿ ਉਹਨਾਂ ਨੇ ਫੋਟੋਆਂ ਲਿਖੀਆਂ ਹੁੰਦੀਆਂ। ਜਦੋਂ ਪ੍ਰੋਡਕਟ ਪਹੁੰਚਦਾ ਮੌਕੇ ਤੇ, ਫੇਰ ਹੀ ਅਗਲੇ ਨੂੰ ਲੱਗਦਾ ਵੀ ਹਾਂ ਇਹ ਵਾਕਈ ਹੰਡਨਸਾਰ ਟਾਇਰ ਲੱਗਦਾ ਕਿ ਨਹੀਂ ਲੱਗਦਾ। ਸੋ ਫੋਟੋਆਂ ਵੇਖ ਕੇ ਅਗਲੇ ਆਰਡਰ ਦਿੰਦੇ ਨੇ, ਇੱਥੋਂ ਗੱਡੀ ਜਾਂਦੀ ਨਹੀਂ, ਟਾਇਰ 'ਚ ਲੋਡ ਹੋ ਕੇ ਜਾਂਦੇ ਨੇ, ਫਿਰ ਉਹ ਫਿਟਿੰਗ ਵਾਲੀ ਦੁਕਾਨ ਤੇ ਜਾ ਕੇ ਬੰਦੇ ਨੂੰ ਪਸੰਦ ਕਰਾਉਂਦੇ ਆ, ਕਸਟਮਰ ਨੂੰ, ਉਹਨੂੰ ਪਸੰਦ ਆਉਂਦੇ, ਉਹ ਕਹਿੰਦਾ ਜੀ ਮੇਰੇ ਤੁਸੀਂ ਟਾਇਰ ਫਿੱਟ ਕਰ। ਫਿਟਿੰਗ ਵਾਲੀ ਸ਼ਾਪ ਤੇ ਲੱਗੀ, ਜਿਹੜੀ ਵੀ ਪਿੰਡ 'ਚ ਉਸ ਬੰਦੇ ਨੂੰ ਪੈਂਦੀ ਆ, ਉਹ ਫਿਟਿੰਗ ਵਾਲੀ ਦੁਕਾਨ ਤੇ ਜਾ ਕੇ ਉਹ ਟਾਇਰ ਚਲਾਤੇ ਜਾਂਦੇ ਨੇ। ਫਿਰ ਉਹ ਟਰੈਕਟਰ ਚਲਾ ਕੇ ਵੇਖਦਾ, ਇੱਕ ਵਾਰੀ ਚਲਾਵੇ ਕਿ ਵੋਬਲਿੰਗ ਨਾ ਕਰੇ। ਟਰੈਕਟਰ ਦੇ ਟਾਇਰਾਂ 'ਚ ਕਈ ਵਾਰੀ ਮੁਸ਼ਕਲ ਹੁੰਦੀ, ਵੋਬਲ ਕਰਦਾ ਟਰੈਕਟਰ, ਕਈ ਵਾਰੀ ਫਿਟਿੰਗ 'ਚ ਮੁਸ਼ਕਲ ਰਹਿ ਜਾਂਦੀ ਆ। ਕਈ ਵਾਰੀ ਅਸੀਂ ਇਦਾਂ, ਕਈ ਵਾਰੀ ਹੋਇਆ ਵੀ ਟਾਇਰ ਛੱਡਿਆ, ਕਿਤੇ ਹਨੇਰਾ ਸਵੇਰਾ ਹੋ ਗਿਆ, ਟਾਇਰ ਛੱਡਿਆ, ਅਗਲੇ ਦਿਨ ਫੋਨ ਆਉਂਦਾ ਜੀ ਟਰੈਕਟਰ ਤੇ ਟਾਇਰ ਹੀ ਵੋਬਲ ਕਰਨ ਦੇ ਆ। ਉਸ 'ਚ ਕਈ ਵਾਰੀ ਹੋ ਸਕਦਾ ਵੀ ਟਾਇਰ ਬਣ 'ਚ ਵੀ ਫਰਕ ਹੋ ਸਕਦਾ, ਪਰ ਮੈਜੋਰਿਟੀ ਆਫ ਦੀ ਟਾਈਮ 'ਚ ਟਾਇਰ ਦੀ ਫਿਟਿੰਗ 'ਚ ਪ੍ਰੋਬਲਮ ਹੁੰਦੀ।
ਪਿੰਡਾਂ ਵਾਲੇ ਆਪਣੇ ਮਕੈਨਿਕ ਹੁੰਦੇ, ਕਈ ਵਾਰੀ ਉਹਨਾਂ ਕੋਲ ਪ੍ਰੋਪਰ ਸੰਦ ਨਹੀਂ ਹੁੰਦੇ, ਜਾਂ ਨਾ ਕਈ ਵਾਰੀ ਉਸ ਮੌਕੇ ਤੇ ਬੰਦੇ ਕੋਲ ਐਕਸਪੀਰੀਅੰਸ ਨਹੀਂ ਇੰਨਾ ਹੁੰਦਾ ਵੀ ਉਹ ਫਿਟਿੰਗ ਕਰ ਸਕੇ। ਸੋ ਉਹ ਸਾਰੀ ਕਸਟਮਰ ਦੀ ਤਸੱਲੀ ਕਰਾ ਕੇ ਜਦੋਂ ਤਸੱਲੀ ਹੋ ਜਾਂਦੀ ਹੈ ਫਿਰ ਉਹ ਬੰਦੇ ਨੂੰ ਆਪਣਾ ਕੈਸ਼ ਔਨ ਡਿਲੀਵਰੀ ਕਰਦਾ ਜਾਂ ਅਕਾਊਂਟ ਪੇਮੈਂਟ ਕਰਦਾ ਜਾਂ ਜਿੱਦਾਂ ਵੀ ਕੋਈ ਚੈੱਕ ਦੇ ਦਿੰਦਾ। ਸੋ ਇਦਾਂ। ਅੱਛਾ ਠੀਕ ਹੈ ਵੀਰੇ, ਇਹ ਤਾਂ ਗੱਲ ਮੈਂ ਤੁਹਾਡੀ ਸਮਝ ਗਿਆ। ਹਾਂਜੀ ਵੀ ਇੱਕ ਹੁੰਦਾ ਨਾ ਵੀ ਜਿਹੜਾ ਹੁਣ ਟਾਇਰ ਆ ਅੰਦਰੋਂ ਦਾਗੀ ਆ ਬੇਦਾਗ ਆ, ਹਾਂਜੀ ਹੁਣ ਮੰਨ ਲਓ ਅਗਲੇ ਨਾਲ ਆਟੇ ਸੱਟੇ ਦੀ ਆਪਾਂ ਗੱਲ ਕਰ ਲਈ, ਹਾਂਜੀ ਅਗਲੇ ਦਾ ਟਾਇਰ ਮਾੜਾ ਨਿਕਲਿਆ, ਫਿਰ ਉਹ ਕੀ ਗੱਲ ਕਰਦੇ, ਫੋਨ ਤੇ ਗੱਲ ਕਰਦੇ ਆ ਭਾਈ ਜੀ ਇਹੋ ਜਿਹਾ ਨਿਕਲਿਆ ਤਾਂ ਐ ਹੋਊਗਾ ਜੀ ਇਹੋ ਜਿਹਾ ਨਿਕਲਿਆ। ਦੇਖੋ ਜੀ ਮੈਜੋਰਿਟੀ ਆਫ ਦੀ ਟਾਈਮਸ ਉਹ ਸਾਨੂੰ ਪਤਾ ਹੀ ਹੁੰਦਾ ਵਾ, ਅਸੀਂ ਉਹਦੇ ਅਕੋਰਡਿੰਗਲੀ ਫੋਨ ਤੇ ਜੋ ਜਜਮੈਂਟ ਹੋਈ ਹੁੰਦੀ ਉਹਦੇ ਅਕੋਰਡਿੰਗ ਹੀ ਚੱਲੀਦਾ ਵਾ। ਬਹੁਤ ਘੱਟ ਟਾਈਮ ਹੁੰਦਾ ਵੀ ਇਦਾਂ ਕਸਟਮਰ ਦੇ ਟਾਇਰ ਮਾੜੇ ਹੁੰਦੇ ਨੇ, ਠੀਕ ਟਾਇਰ ਹੀ ਹੁੰਦੇ ਨੇ, ਉਹ ਚੱਲ ਜਾਂਦਾ ਇਦਾਂ। ਇਹ ਕੋਈ ਏਡੀ ਵੱਡੀ ਗੱਲ ਨਹੀਂ ਵੀ ਥੋੜਾ ਬਹੁਤਾ ਜੇ ਡਿਫਰੈਂਸ ਹੋਵੇ ਵੀ ਕੋਈ 500,000 ਦਾ ਡਿਫਰੈਂਸ ਹੁੰਦਾ ਜੀ, ਕੋਈ ਏਡਾ ਮੈਟਰ ਨਹੀਂ ਕਰਦਾ। ਕਿਉਂਕਿ ਪਤਾ ਚੱਕਰ ਕੀ ਆ ਬਾਈ, ਹੁਣ ਜਿਹੜਾ ਜ਼ਿਮੀਦਾਰ ਨੇ ਨਵਾਂ ਟਾਇਰ ਲੈਣਾ ਜੋੜਾ, ਹਾਂਜੀ ਉਹਦੇ ਸੀਜ਼ਨ ਦੀ ਫਸਲ ਹੀ ਚਲੀ ਜਾਂਦੀ ਹੈ। ਬਿਲਕੁਲ ਵੀ ਜੇ ਹੁਣ ਅਗਲਾ 6-7 ਕਿੱਲਿਆਂ ਦੀ ਠੇਕੇ ਤੇ ਲੈ ਕੇ ਖੇਤੀ ਕਰਦਾ ਨਾ, ਬਹੁਤ ਮਹਿੰਗਾ, ਤੇ 6-7 ਕਿੱਲਿਆਂ ਚੋਂ 60-70 ਹਜ਼ਾਰ ਹੀ ਬਚਣਾ ਹੁੰਦਾ। ਬਿਲਕੁਲ ਤੇ 2 ਵਾਰੀ ਮੋਟਰ ਸੜ ਗਈ ਤੇ ਇੱਕ ਟਾਇਰ ਮੰਗ ਲਏ ਤੇ ਬਸ ਕੰਮ ਹੋ ਜਾਂਦਾ। ਬਹੁਤ ਐਕਸਪੈਂਸਿਵ ਹੈ, ਬਹੁਤ ਮਹਿੰਗੀ ਚੀਜ਼ ਹੈ। ਆਲਰੇਡੀ ਜੀ ਐਗਰੀਕਲਚਰ ਸੈਕਟਰ ਇੰਨਾ ਸਟ੍ਰੈਸ 'ਚ ਆ ਰਿਹਾ ਵਾ ਜੀ, ਤੇ ਵੀ ਖਰਚਾ ਦਿਨੋਂ ਦਿਨ ਵਧੀ ਜਾ ਰਿਹਾ। ਤੇ ਜਿਹੜੀ ਇਹ ਅਸਲ ਵਿੱਚ ਰੀਟ੍ਰੇਡਿੰਗ ਹੈ ਕਿਉਂ? ਰੀਟ੍ਰੇਡਿੰਗ ਇੱਕ ਤੇ ਹੈਗੀ ਜੀ ਪੋਲੂਸ਼ਨ ਖਤਮ ਕਰਦੀ ਆ। ਟਾਇਰ ਤੁਸੀਂ ਵਰਤ ਕੇ ਸੁੱਟੀ ਜਾਓਗੇ, ਉਹਦਾ ਕੋਈ ਅੱਗੇ ਵਰਤੋਂ ਨਹੀਂ ਹੈਗੀ। ਬਾਹਰਲੀ ਕੰਟਰੀਆਂ 'ਚ ਜੰਕ ਯਾਰਡਸ ਨੇ, ਡੰਪ ਬਣੇ ਕਿਤੇ ਵੱਡੇ, ਲੱਖਾਂ ਦੇ ਹਿਸਾਬ ਨਾਲ ਉੱਥੇ ਟਾਇਰ ਪਿਆ, ਪਤਾ ਨਹੀਂ ਇਹਨਾਂ ਦਾ ਕਰਨਾ ਕੀ ਹੈ। ਨਹੀਂ ਇੱਕ ਗੱਲ ਹੋਰ ਆ, ਜਿਹੜਾ ਹੁਣ ਮੈਂ ਜੋੜਾ ਜਾਣਾ ਨਵੇਂ ਚ ਕਟਾਇਆ ਹੋਣਾ, ਅਕਸਰ ਹੁੰਦਾ ਤਾਂ ਫਿਰ ਉਹ ਐਵੇਂ ਹੀ ਆ ਨਾ। ਅਕਸਰ ਉਹ ਐਂ ਤਾਂ ਹੈ ਨਹੀਂਗਾ ਵੀ ਮੇਰਾ ਉਹਨਾਂ ਨੇ 10,000 ਦਾ ਜੋੜਾ ਕੱਟਿਆ ਤੇ ਉਹਨਾਂ ਨੇ ਸਿੜਤਾ ਉਹ 10,000 ਦਾ ਕੱਟ ਕੇ, ਉਹ ਅਕਸਰ ਕਿਤੇ ਨਾ ਕਿਤੇ ਵਰਤਦੇ ਹੋਣਗੇ। ਦੇਖੋ ਜੀ ਜਿਹੜਾ ਅੱਧ ਘਸਿਆ ਟਾਇਰ ਹੁੰਦਾ ਨਾ, ਜੀ, ਜਿਹੜਾ ਰੇਤਾ ਬਜਰੀ ਵਾਲੇ ਰੋਡ ਤੇ ਟਰੈਕਟਰ ਬਹੁਤੇ ਚੱਲਦੇ ਆ, ਜੀ, ਉਹਨਾਂ ਦੀ ਪ੍ਰੈਫਰੈਂਸ ਥੋੜੀ ਹੁੰਦੀ ਆ ਵੀ ਸਾਨੂੰ ਅੱਧ ਘਸਿਆ ਮਿਲੇ। ਕਿਉਂਕਿ ਜੇ ਨਵਾਂ ਟਾਇਰ ਲੈਂਦੇ ਆ ਨਾ, ਅਸੀਂ ਤੇ ਸਾਡਾ ਤਾਂ ਐਕਸਪੀਰੀਅੰਸ ਆ, ਨਵਾਂ ਟਾਇਰ ਲੈਂਦੇ ਉਹ ਜੰਪ ਮਾਰਦਾ, ਟਰਾਲੀ ਦੀ ਓਵਰਲੋਡ ਹੁੰਦੀ ਆ, ਫਿਰ ਇਸ ਕਰਕੇ ਉਹ ਪ੍ਰੈਫਰ ਕਰਦੇ ਆ ਵੀ ਸਾਨੂੰ ਅੱਧ ਘਸਿਆ ਮਿਲੇ। ਅੱਛਾ ਉਹ ਟਾਇਰ ਉਧਰ ਚਲੇ ਜਾਂਦੇ, ਉਹ ਇੱਧਰ ਟ੍ਰਾਂਸਫਰ ਟਾਇਰ। ਅੱਛਾ ਉਹ ਉਧਰ ਚਲੇ ਜਾਂਦੇ ਆ। ਤੇ ਇੱਕ ਗੱਲ ਮੈਨੂੰ ਹੋਰ ਦੱਸੋ ਵੀ ਇੱਕ ਟਾਇਰ ਆ, ਉਹ ਹੁਣ ਘੁਸ ਕੇ ਮੇਰੇ ਟਰੈਕਟਰ ਦੇ ਟਾਇਰ ਮੈਂ ਤੁਹਾਡੇ ਤੋਂ ਕਰਾ ਲਈ, ਰਬੜ ਚੜਾ ਲਈ, ਹਾਂਜੀ ਕਿੰਨੇ ਵਾਰੀ ਚੜ ਜੂਗੀ? ਦੇਖੋ ਜੀ ਆਮ ਤੌਰ ਤੇ ਪੁਰਾਣੇ ਸਮੇਂ ਦੀ ਗੱਲ ਕਰੀਏ ਤੇ 3-3 ਵਾਰੀ ਵੀ ਚੜ ਜਾਂਦੀ ਰਹੀ ਆ। ਪਰ ਅੱਜ ਦੇ ਸਮੇਂ 'ਚ ਕੋਸ਼ਿਸ਼ ਕਰੀਦੀ ਵੀ ਮਾਡਲ ਜੇ 5 ਸਾਲ 'ਚ ਕੋਈ ਟਾਇਰ ਘਸਾ ਰਿਹਾ ਤੇ ਕੋਸ਼ਿਸ਼ ਕਰੀਦੀ ਵੀ 10 ਸਾਲ ਹੀ ਟਾਇਰ ਚਲਾਈਏ, ਇਸ ਤੋਂ ਬਾਅਦ ਉਹਨੂੰ ਨਾ ਚਲਾਈਏ। ਸੋ 10 ਸਾਲ ਦੇ ਹਿਸਾਬ ਨਾਲ ਲਾਓ ਤੇ 2 ਵਾਰੀ ਹੋ ਜਾਂਦੇ ਆਰਾਮ ਨਾਲ ਰੀਟ੍ਰੈਕਟ ਟਾਇਰ ਹੋ ਸਕਦੇ ਆ। ਦੋ ਵਾਰੀ ਇੱਕ ਟਾਇਰ ਤੇ 2 ਵਾਰ ਰਬੜ ਚੜ ਜਾਂਦੀ। ਹਾਂ, ਇੱਕ ਵਾਰੀ ਨਵਾਂ ਚੱਲ ਗਿਆ, ਉਸ ਤੋਂ ਬਾਅਦ ਇੱਕ ਵਾਰੀ ਫੇਰ ਚੜ ਗਈ, ਉਸ ਤੋਂ ਬਾਅਦ ਹੀ ਚੜ ਸਕਦੀ ਹੈ। ਹਾਂ ਵੈਸੇ ਤਾਂ 10-10 ਸਾਊਥ ਇੰਡੀਆ 'ਚ 10-10 11-11 ਵਾਰ ਵੀ ਰਬੜ ਚੜੀ ਹੈ। ਅੱਛਾ ਜੀ, ਲੇਕਿਨ ਕੰਡੀਸ਼ਨ ਵੇਖਣੀ ਪੈਂਦੀ ਹੈ। ਹੁਣ ਹਵਾਈ ਜਹਾਜ਼ ਦੇ ਟਾਇਰ ਨੇ, ਉਹ ਤੇ 8-10 ਲੈਂਡਿੰਗ ਦੇ ਵਿੱਚ ਹੀ ਜਿਹੜਾ 에ਅਰਫੋਰਸ ਹਵਾਈ ਜਹਾਜ਼ ਹੈ ਉਹ ਟਾਇਰ ਗੰਜੇ ਹੋ ਜਾਂਦੇ ਨੇ ਜੀ, ਉਹਨਾਂ ਨੂੰ ਵੀ ਰੀਟੇਟ ਕਰਦੇ ਨੇ, ਨਹੀਂ ਤੇ ਹਵਾਈ ਜਹਾਜ਼ ਨਾਲੋਂ ਤੇ ਟਾਇਰ ਮਹਿੰਗੇ ਹੋ ਜਾਣਗੇ ਹਵਾਈ ਜਹਾਜ਼ ਦੇ। 10 ਲੈਂਡਿੰਗ ਟੇਕ ਆਫ ਦੇ ਵਿੱਚ ਪਲੇਨ ਦਾ ਟਾਇਰ ਗੰਜਾ ਹੋ ਜਾਂਦਾ। ਠੀਕ ਹੈ ਜੀ, ਹਾਂਜੀ ਉਹ ਵੀ ਟਾਇਰ ਰੀਟੇਟ ਹੁੰਦਾ। ਹਾਂਜੀ ਚੇਨਈ ਦੇ ਵਿੱਚ ਫੈਕਟਰੀ ਹੈ, ਔਰ ਹੁਣ ਅੱਜ ਵੀ ਜਿਹੜਾ ਇੰਡੀਅਨ 에ਅਰਫੋਰਸ ਆ ਜਿੰਨਾ ਵੀ ਘਸਿਆ ਟਾਇਰ ਹੈ ਜੀ, ਉਹ ਜਾ ਕੇ ਬੈਂਕਾਕ ਰੀਟੇਡ ਹੋ ਰਿਹਾ। ਹਾਂਜੀ ਏਡੇ ਅਰਥ ਮੂਵਰਸ ਹੈ, ਮੌਨਸਟਰ ਕਮਰੇ ਜਿੱਡੇ ਏਡੇ ਵੱਡੇ ਟਾਇਰ ਨੇ, ਮਾਈਨਿੰਗ ਟਾਇਰਸ ਨੇ ਸਾਰੇ ਜਿਹੜੇ ਨੇ, ਉਹਨਾਂ ਨੂੰ ਰੀਟੇਡ ਹੀ ਕੀਤਾ ਜਾਂਦਾ ਕਿਉਂਕਿ ਬਿਨਾਂ ਪੂਰੀ ਜਾਣਕਾਰੀ ਤੋਂ ਬਗੈਰ ਲੋਕਾਂ ਨੇ ਛੋਟੀਆਂ ਫੈਕਟਰੀਆਂ ਜੀਆਂ ਤੇ ਦੁਕਾਨਾਂ ਖੋਲ੍ਹ ਲਈਆਂ ਔਰ ਕੁਆਲਿਟੀ ਤੇ ਕੰਪਰੋਮਾਈਜ਼ ਕਰਨਾ ਸ਼ੁਰੂ ਕਰ ਦਿੱਤਾ। ਇਸ ਕਰਕੇ ਲੋਕਾਂ ਦੇ ਮਨ 'ਚ ਇਹ ਆ ਗਿਆ ਕਿ ਇਹ ਰਬੜ ਜਿਹੜੀ ਆ ਕੋਈ ਡਿਪੈਂਡੇਬਲ ਸੋਰਸ ਨਹੀਂ। ਇੱਕ ਇੰਨੇ ਕਰੋੜਾਂ ਦਾ ਜਹਾਜ਼ ਜਿਹੜਾ ਵਾ ਉਹ ਰਬੜ ਇੰਟਰਨੈਟ ਤੇ ਚੱਲਦਾ। ਇਹ ਕੋਈ ਵੀ ਬੰਦਾ ਇੰਟਰਨੈਟ ਤੇ ਸਰਚ ਕਰ ਲਓ, ਮਤਲਬ ਜਿਹੜੇ ਐਰੋਨੌਟਿਕ ਟਾਇਰਸ ਨੇ ਇਹਨਾਂ ਦੀ ਰੀਟੇਡਿੰਗ ਦੀਆਂ ਸਪੈਸ਼ਲਾਈਜ਼ਡ ਟਾਇਰ ਰੀਟੇਡਿੰਗ ਦੁਕਾਨਾਂ ਹੀ ਮਤਲਬ ਫੈਕਟਰੀਜ਼। ਇੱਕ ਗੱਲ ਮੈਨੂੰ ਬਾਈ ਹੋਰ ਦੱਸ ਗੱਲੂ, ਜਿਹੜਾ ਤੁਸੀਂ ਟਾਇਰ ਰਬੜ ਕਿੰਨੇ ਕਿਸਮਾਂ ਦੇ ਟਾਇਰਾਂ ਤੇ ਤੁਹਾਡੇ ਕੋਲ ਰਬੜ ਚੜਦੀ ਹੈ? ਕਿੰਨੇ ਕਿਸਮਾਂ ਦਾ ਤੁਹਾਡੇ ਕੋਲੇ ਉਪਲਬਧ ਆ? ਵੀ ਫੋਨ ਕਿਹੜਾ ਬੰਦਾ ਤੁਹਾਨੂੰ ਫੋਨ ਕਰੇ ਕਿ ਭਾਈ ਮੈਂ ਫਲਾਨਾ ਟਾਇਰ? ਦੇਖੋ ਜੀ ਮੈਜੋਰਿਟੀ ਜਿਹੜਾ ਟਾਇਰ ਰੀਟ੍ਰੇਡ ਹੁੰਦਾ ਆਪਣਾ ਪੰਜਾਬ ਦੇ ਵਿੱਚ
ਜਾਂ ਐਗਰੀਕਲਚਰ ਟਾਇਰ ਜੇ ਕੋਈ ਟਰੈਕਟਰ ਦੇ ਅਗਲੇ ਟਾਇਰ 616 650 750 16 ਸੋ ਇਦਾਂ ਦੇ ਅਗਲੇ ਟਾਇਰ ਪਿਛਲੇ 12 4 28 16 ਨਾਲ 28 14 ਨਾਲ 28 13 6 ਟਰੈਕਟਰ ਦੇ ਜ਼ਿਆਦਾਤਰ ਟਾਇਰ ਸਾਡੇ ਕੋਲ ਸਾਰੇ ਇੱਥੇ ਸਟੈਂਡਰਡ ਸਾਈਜ਼ ਅਵੇਲੇਬਲ ਹੀ ਨੇ ਉਹ ਹੀ ਕਰਦੇ ਲਗਭਗ ਕੋਈ ਵੀ ਕਰਾ ਤੇ ਟਰੱਕਾਂ ਬੱਸਾਂ ਵਾਲਾ ਟਰੱਕਾਂ ਦੇ 1000 ਵੀ ਬਹੁਤੇ ਹੁੰਦੇ ਜੀ 920 1000 ਵੀ ਟਾਇਰ ਜ਼ਿਆਦਾ ਚੱਲਦਾ ਉਹ ਅਸੀਂ ਕਰਦੇ ਆ ਉਹਦੇ ਚੱਲਦਾ ਹੀ ਰਹਿੰਦਾ ਉਹਦੇ ਵਿੱਚ ਤੇ ਕੋਈ ਜੀਸੀਬੀ ਵਗੈਰਾ ਦੇ ਟਾਇਰ ਜੀਸੀਬੀ ਕਰਦੇ ਆ ਹਾਈਡਰਾ ਕਰਦੇ ਆ 13 24 ਟਾਇਰ ਕਰਕੇ ਆ 14 24 ਟਾਇਰ ਆ 14 25 ਆ 14 25 80000 ਦੀ ਜੋੜੀ ਨਵੀਂ ਅਸੀਂ 35 35000 ਚ ਅਸੀਂ ਇਹਨੂੰ ਰੀਸੋਲ ਕਰ ਦਿੰਦੇ ਆ 14 25 ਜਿਹੜੇ ਟਾਇਰ ਨੇ। ਤੇ ਇੱਕ ਗੱਲ ਮੈਨੂੰ ਹੋਰ ਦੱਸੋ, ਮੰਨ ਲਓ ਮੈਂ ਰੈਮਾਂ ਸਣੇ ਟਾਇਰ ਭੇਜਦੇ, ਹਾਂਜੀ, ਮੇਰੇ ਦਿਮਾਗ 'ਚ ਇੱਕ ਧੜਕੂ ਜਾ ਰਹਿਣਾ, ਹਾਂਜੀ ਵੀ ਯਾਰ ਜੇ ਮੇਰੇ ਰੈਮ ਬਦਲਤੇ, ਜੇ ਮੇਰੀ ਟੂਬ ਬਦਲਤੀ, ਉਹਦਾ ਕੀ ਕਰਦੇ? ਇਦਾਂ ਦਾ ਭਾਜੀ ਕੋਈ ਚੱਕਰ ਨਹੀਂ ਹੁੰਦਾ। ਜਦੋਂ ਟਾਇਰ ਲੋਡ ਹੋ ਕੇ ਆਉਂਦੇ ਆ ਨਾ ਇੱਥੇ, ਜਦੋਂ ਉਤਰਦੇ ਆ, ਜਦੋਂ ਉਹ ਇੰਸਪੈਕਟ ਹੋ ਕੇ ਟਾਇਰ ਦੀ ਚੈਕਿੰਗ ਹੋ ਕੇ, ਜਦੋਂ ਉੱਤੇ ਇੱਕ ਆਰਡਰ ਨੰਬਰ ਅਸੀਂ ਆਪਣੀ ਕੰਪਨੀ ਦਾ ਜਿਹੜਾ ਲਾਉਂਦੇ ਆ ਜੀ, ਉਹ ਆਰਡਰ ਨੰਬਰ ਉਸੇ ਟਿਊਬ ਤੇ ਪੈਂਦਾ, ਉਸੇ ਰਿਮ ਤੇ ਪੈਂਦਾ। ਹਾਂ, ਤੁਹਾਨੂੰ ਦਿਖਾਵਾਂਗੇ ਵੀ ਅਸੀਂ। ਤੇ ਉਹ ਇੱਕ ਪ੍ਰੋਪਰ ਤਰੀਕੇ ਨਾਲ ਚੱਲੇ। ਦੇਖੋ ਜੀ 40 ਸਾਲ ਹੋ ਗਏ ਆ ਜੇ ਰਿਮ ਬਦਲਦੇ ਹੋਈਏ, ਕਰਦੇ ਲੋਕਾਂ ਦਾ ਆਪਸ ਚ, ਕਿਉਂਕਿ ਉੱਪਰੇ ਬੰਦੇ ਨਾਲ ਪਹਿਲੀ ਵਾਰੀ ਕਿਸੇ ਨਾਲ ਕੰਮ ਕਰੋ ਤੇ ਸ਼ੱਕ ਪੈਂਦਾ, ਜਿੱਦਾਂ ਦਾ ਅੱਜ ਕੱਲ੍ਹ ਮਾਹੌਲ ਚੱਲ ਪਿਆ, ਵੀ ਬੰਦੇ ਨੂੰ ਲੱਗਦਾ ਵੀ ਇਦਾਂ ਨਾ ਕਿਤੇ ਹੋ ਜੇ। ਸੋ ਪਰ ਆਪਣਾ ਬੜਾ ਇੱਕ ਤਰੀਕਾ ਵਾ, ਈਵਨ ਕਿ ਤੁਸੀਂ ਟਾਇਰ ਤੇ ਰਿਮ ਛੱਡੋ, ਈਵਨ ਕਿ ਟਾਇਰਾਂ ਦੇ ਨੰਬਰ ਸਾਡੇ ਕੋਲ ਨੋਟ ਹੁੰਦੇ ਆ, ਕਿਉਂਕਿ ਕੱਲ ਨੂੰ ਕਲੇਮ ਆਉਂਦਾ। ਨੇ ਟਾਇਰ ਲੈਣੇ ਆ, ਉਦੋਂ ਪਰਚੀ ਦੇਣੀ ਨੇ ਡਰਾਈਵਰ ਸਾਡੇ ਨੇ, ਜਦੋਂ ਟਾਇਰ ਲੈਣੇ ਆ ਉਹ ਤੁਹਾਡੇ ਟਾਇਰਾਂ ਦਾ ਨੰਬਰ ਸਪੁਰਦਾਰੀ ਦੀ ਤੁਹਾਨੂੰ ਪਰਚੀ ਦੇ ਕੇ ਆਏਗਾ ਕਿ ਮੈਂ ਕੰਪਨੀ ਦੇ ਬਿਹਾਫ ਤੇ ਆਹ ਟਾਇਰ ਲੈ ਚੱਲਿਆ, ਇਹਨਾਂ ਟਾਇਰਾਂ ਦੇ ਆਹ ਨੰਬਰ ਆ, ਆਹ ਪਰਚੀ ਹੈ। ਜਦੋਂ ਤੁਹਾਡੇ ਕੋਲ ਟਾਇਰ ਪਹੁੰਚਦੇ ਆ ਤੁਸੀਂ ਉਹਨਾਂ ਨੂੰ ਮਿਲਾਓ, ਫਿਰ ਅਸੀਂ ਪੈਸੇ ਲੈਣੇ ਆ ਫਿੱਟ ਕਰਕੇ। ਜੋ ਸੀਰੀਅਲ ਨੰਬਰ ਵੀ ਹਾਂ ਬਿਲਕੁਲ, ਟਾਇਰਾਂ ਦੇ ਨੰਬਰ ਹੁੰਦੇ ਆ। ਉਹ ਬੰਦਾ ਜਦੋਂ ਟਾਇਰ ਪਿਕਅਪ ਕਰਦਾ ਨਾ, ਉਹ ਇੱਕ ਸਲਿੱਪ ਦੇ ਕੇ ਆਉਂਦਾ, ਉਹਦੇ ਟਾਇਰ ਦੇ ਨੰਬਰ ਲਿਖ ਕੇ ਦਿੰਦਾ। ਜਦੋਂ ਫਿਰ ਜੇ ਕਈ ਵਾਰੀ ਅਨਫਿਟ ਹੋ ਜਾਂਦਾ, ਕਈ ਵਾਰੀ ਟਾਇਰ ਆਉਂਦਾ ਤੇ ਬੰਦਾ ਨਹੀਂ ਚੜਨ ਯੋਗ ਹੈਗਾ, ਬੜੀਆਂ ਚੀਜ਼ਾਂ ਟਾਇਰ ਖੁੱਲ ਕੇ ਪਤਾ ਲੱਗਦਾ। ਉਤੋਂ ਤੇ ਬੰਦਾ ਮੌਕੇ ਤੇ ਵੇਖ ਲੈਂਦਾ, ਪਰ ਜਦੋਂ ਖੁੱਲਦਾ ਆ ਕੇ ਉਦੋਂ ਪਤਾ ਲੱਗਦਾ ਵੀ ਸ਼ਾਇਦ ਇਹਦੇ 'ਚ ਕੋਈ ਪੈਚ ਆ, ਜਾਂ ਇਹ ਨਹੀਂ ਚੱਲਣ ਵਾਲਾ, ਜਾਂ ਕੋਈ ਤਾਰ 'ਚ ਪ੍ਰੋਬਲਮ ਆ। ਫਿਰ ਅਸੀਂ ਉਹਨੂੰ ਰਿਜੈਕਟ ਕਰ ਦਿੰਦੇ ਆ। ਉਹ ਫਿਰ ਅਗਲੇ ਦੇ ਮਨ 'ਚ ਡਾਊਟ ਹੋ ਸਕਦਾ ਕਿ ਬਈ ਇਹਨਾਂ ਨੇ ਬਦੋ ਬਦੀ ਰਿਜੈਕਟ ਕਰਤਾ, ਜਾਂ ਆਪਣਾ ਟਾਇਰ ਦੇਣਾ ਚਾਹੁੰਦੇ ਨੇ, ਇਦਾਂ ਦੀ ਗੱਲਾਂ ਹੋ ਜਾਂਦੀਆਂ। ਪਰ ਉਹਨਾਂ ਨੂੰ ਫਿਰ ਕਹੀਦਾ ਵਾ, ਕਈ ਵਾਰੀ ਟਾਇਰ ਭੇਜੇ ਅਗਲਾ ਕਿ ਨਹੀਂ ਮੇਰੇ ਟਾਇਰ ਹੀ ਨਹੀਂ, ਇਦਾਂ ਵੀ ਹੋ ਜਾਂਦਾ। ਫਿਰ ਉਹਨੂੰ ਕਹੀਦਾ ਵੀ ਆਪਣੀ ਸਲਿੱਪ ਜਿਹੜੀ ਆ ਉਹ ਚੈੱਕ ਕਰੋ, ਟਾਇਰ ਦਾ ਨੰਬਰ ਮਿਲਾਓ। ਫਿਰ ਉਹ ਜਦੋਂ ਟਾਇਰ ਦਾ ਨੰਬਰ, ਕਿਉਂਕਿ ਟਾਇਰ ਦੇ ਨੰਬਰ ਥੋੜੀ ਚੇਂਜ ਹੋ ਸਕਦਾ। ਹਾਂ, ਉਹ ਤਾਂ ਭਾਈ ਆਪਦੀ ਵੀਡੀਓ ਬਣਾ ਕੇ ਰੱਖ ਲਓ ਬੇਸ਼ੱਕ। ਹਾਂ, ਹੁਣ ਤਾਂ ਉਦੋਂ ਵੀ ਸੌਖਾ ਕੰਮ ਹੋ ਗਿਆ। ਬਿਲਕੁਲ ਹੁਣ ਤੇ ਬਿਲਕੁਲ ਨਵੀਂ ਟੈਕਨੋਲੋਜੀ ਜੋ ਮਰਜ਼ੀ ਕੀਤੀ। ਹਾਂ, ਵੀ ਉਹਦੀ ਫੋਟੋ ਖਿੱਚ ਕੇ ਰੱਖ ਲਓ ਭਾਈ, ਉਹ ਸੀਰੀਅਲ ਨੰਬਰ ਮਿਲਾ ਲਓ। ਆਪਾਂ ਜਦੋਂ ਇੰਜਨ ਕੋਈ ਗੱਡੀ ਖਰੀਦਦੇ ਉਦੋਂ ਇੰਜਨ ਨੰਬਰ, ਚਾਸੀ ਨੰਬਰ ਮਿਲਾਉਂਦੇ ਆ, ਵੀ ਉਵੇਂ ਟਾਇਰਾਂ ਦਾ ਨੰਬਰ ਬਿਲਕੁਲ ਹਰ ਟਾਇਰ ਦਾ ਸੀਰੀਅਲ ਨੰਬਰ ਹੁੰਦਾ। ਹਰੇਕ ਟਾਇਰ ਦਾ ਸੀਰੀਅਲ ਨੰਬਰ ਵੱਖਰਾ ਹੁੰਦਾ, ਬਿਲਕੁਲ ਵੱਖਰਾ ਹੁੰਦਾ ਹਰੇਕ ਕੰਪਨੀ ਦਾ। ਮੈਨੂਫੈਕਚਰਿੰਗ ਹੀ ਇਦਾਂ ਹੁੰਦੀ ਆ, ਸਟੈਂਡਰਡ ਵਰਲਡ ਦੇ ਸਟੈਂਡਰਡਸ ਦੇ ਅਕੋਰਡਿੰਗ ਹੀ ਜਿਹੜੀਆਂ ਇਹ ਵੱਡੀਆਂ ਕੰਪਨੀਆਂ ਨੇ ਨਾ, ਉਹਨਾਂ ਨੇ ਇੱਕ ਪੈਮਾਨਾ ਬਣਾਇਆ ਹੁੰਦਾ ਵਾ ਜੀ। ਦੇਸੀ ਟਾਇਰਾਂ ਦਾ ਨਹੀਂ ਮੈਂ ਕਹਿ ਸਕਦਾ, ਦੇਸੀ ਜੁਗਾੜੀ ਟਾਇਰ ਕਈ ਹੁੰਦੇ ਜਿਵੇਂ ਕੰਪਨੀਆਂ ਨੇ ਬਣਾਏ ਨੇ, ਚਲੋ ਹੰਡਦੇ ਵੀ ਨਹੀਂ, ਬੜਾ ਕੁਛ ਉਹਨਾਂ 'ਚ ਮੁਸ਼ਕਲਾਂ ਨੇ। ਪਰ ਜਿਹੜੀ ਚੰਗੀ ਕੰਪਨੀਆਂ MRF, ਪੋਲੋ ਹੋ ਗਈ, ਸੀਏਟ ਹੋ ਗਈ, JK, ਜਿਹੜੀਆਂ ਸਟੈਂਡਰਡ ਨਾਲ ਕੰਮ ਕਰਦੀਆਂ, ਉਹਨਾਂ ਦਾ ਇੱਕ ਵਰਲਡ ਲੈਵਲ ਤੇ ਤਰੀਕਾ ਉਹਨਾਂ ਦਾ। ਆਪਾਂ ਦੋ ਤਰ੍ਹਾਂ ਦੇ ਟਾਇਰ ਚੱਲਦੇ ਆ, ਵੀ ਆਪਾਂ ਇੱਕ ਕਹਿੰਦੇ ਨੇ ਕੰਪਨੀ ਦੇ, ਤੇ ਇੱਕ ਚੱਲਦੇ ਆ ਦੇਸੀ ਟਾਇਰ। ਦੇਸੀ ਟਾਇਰ ਤੇ ਰਬੜ ਚੜ ਜਾਂਦੀ। ਦੇਸੀ ਟਾਇਰ ਦੇ ਰਬੜ ਅਸੀਂ ਨਹੀਂ ਰਿਕਮੈਂਡ ਕਰਦੇ ਜੀ, ਕਿਉਂਕਿ ਦੇਸੀ ਟਾਇਰ ਨਾਲ ਵੇਖੋ ਜੀ ਕਾਸਟ ਕਟਿੰਗ ਕੀਤੀ ਹੁੰਦੀ ਬਹੁਤ ਉਹਨਾਂ ਨੇ, ਵੀ ਪੈਸੇ ਸਸਤਾ ਤੁਹਾਨੂੰ ਦਿੰਦੇ ਆ, ਉਹਦਾ ਸਾਈਜ਼ ਡਾਈਮੈਂਸ਼ਨ ਹੀ ਨਹੀਂ ਪੂਰੀ ਹੁੰਦੀ। ਬਿਲਕੁਲ, ਉਹ ਕਹਿਣ ਨੂੰ 16/28 ਦਾ ਟਾਇਰ ਹੁੰਦਾ 16 ਦਾ ਨਹੀਂ ਆ। ਇੱਕ ਵਾਰ ਮੈਂ ਤੁਹਾਡੇ ਨਾਲ ਜ਼ਿਕਰ ਕਰਨਾ ਚਾਹਾਂਗਾ, ਕਿਉਂਕਿ ਇਹ ਗੱਲ ਆ ਗਈ ਹੈ। ਇੱਕ ਵਾਰ ਸਾਡੇ ਕੋਲ ਟਾਇਰ ਆਏ, ਟਾਇਰ ਤੇ ਮੋਹਰ ਚੰਗੀ ਕੰਪਨੀ ਦਾ, ਮੈਂ ਨਾਂ ਨਹੀਂ ਲੈਣਾ, ਇਸ ਤਰ੍ਹਾਂ ਫਿਰ ਪ੍ਰੋਬਲਮ ਆ ਜਾਂਦੀ ਆ। ਮਤਲਬ 16/28 ਦੇ ਟਾਇਰ, ਸਾਡੇ ਅੰਦਰ ਟੈਕਨੋਲੋਜੀ ਆ ਕਿ ਅਸੀਂ ਉਹਦਾ ਹਰ ਟਾਇਰ ਦਾ ਡਾਇਆਮੀਟਰ ਪਹਿਲਾਂ ਤੇ ਉਹਦੀ ਸਰਕਮਫੈਰੈਂਸ ਮੇਜਰ ਕਰਦੇ ਆ, ਤੇ ਸਰਕਮਫੈਰੈਂਸ 14/28 ਦੀ। ਹੁਣ ਗਾਹਕ ਉਹਨਾਂ ਨੇ ਇਸ ਤਰ੍ਹਾਂ ਹੀ ਤੇ ਰੇਟ ਘੱਟਦੇ ਆ, ਗਾਹਕ ਨੂੰ ਪਤਾ ਨਹੀਂ ਲੱਗਦਾ। ਗਾਹਕ ਭੋਲਾ ਹੁੰਦਾ, 3-3 4-4 5-5 6-6 ਇੰਚ ਦਾ ਇੰਨੀ ਵੱਡੀ ਸਰਕਮਫੈਰੈਂਸ ਦੇ ਵਿੱਚ ਜਦੋਂ ਤੁਸੀਂ ਚੇਂਜ ਕਰਦੇ ਹੋ ਤੇ ਤੁਹਾਡੀਆਂ ਅੱਖਾਂ ਨੂੰ ਵੀ ਨਹੀਂ ਪਤਾ ਲੱਗਦਾ। ਅਲਟੀਮੇਟਲੀ ਤੁਸੀਂ ਜ਼ਿਆਦਾ ਡੀਜ਼ਲ ਤੁਸੀਂ ਪਵਾ ਕੇ 16/28 ਆਏ ਹੋ, ਕਿਉਂਕਿ ਉਹਦੇ ਟਾਇਰ ਤੇ ਮੋਹਰ 16/28 ਦੀ ਲੱਗੀ ਹੈ, ਲੇਕਿਨ ਐਕਚੁਅਲੀ ਉਹ ਟਾਇਰ 14/28 ਹੈ। ਅੱਛਾ, ਐਵੇਂ ਵੀ ਹੋ ਜਾਂਦਾ। ਐਵੇਂ ਵੀ ਹੋ ਜਾਂਦਾ। ਇਸੇ ਕਰਕੇ ਤੁਸੀਂ ਸਾਡੇ ਪ੍ਰੈਸ ਵਾਲੇ ਲਾਗੇ ਅਸੀਂ ਡਾਏ ਲਿਖੇ ਹੋਏ ਆ ਕਿ ਇਹਦਾ ਇਹਨਾਂ 16/28 ਦਾ 13.6 ਹੋਣਾ ਚਾਹੀਦਾ ਵਾ, ਰਗੜਨ ਤੋਂ ਬਾਅਦ 13.6 ਹੋਏ, ਲੇਕਿਨ ਅਸੀਂ 13 ਵਾਲੇ ਵੀ ਵੇਖੇ 6 ਇੰਚ ਟਾਇਰ ਛੋਟਾ। ਹਾਂਜੀ ਸਰ, ਮੈਨੂੰ ਨਾ ਇੱਕ ਗੱਲ ਤੁਸੀਂ ਦੱਸੋ, ਵੀ ਆਪਾਂ ਥੋੜਾ ਜਿਹਾ ਤੁਹਾਡੀ ਜ਼ਿੰਦਗੀ ਵਾਲੇ ਪਾਸੇ ਨੂੰ ਮੁੜਦੇ ਹਾਂ। ਹਾਂਜੀ ਵੀ ਵੈਸੇ ਤਾਂ ਬਾਪੂ ਹੁਣੀ ਪੜ੍ਹੇ ਲਿਖੇ ਸੀ, ਤੁਹਾਨੂੰ ਹਾਂ, ਪਰ ਨਾ ਮੈਂ ਇੱਕ ਗੱਲ ਦੇਖੀ ਆਪਣੀ ਨਿੱਜੀ ਜ਼ਿੰਦਗੀ 'ਚ,
ਹਾਂਜੀ। ਪਹਿਲਾਂ ਬੰਦਾ ਮਾਂ-ਬਾਪ ਜਵਾਕ ਨੂੰ ਐਂ ਪੜਾਉਂਦਾ ਹਾਂ। ਵੀ ਇਹ ਮੇਰੇ ਨਾਲ ਦੁਨੀਆ ਨੂੰ ਵਧੀਆ ਸਮਝ ਜੇ। ਹਾਂ। ਜਦੋਂ ਉਹ ਸਮਝ ਜਾਂਦਾ ਹਾਂਜੀ। ਉਦੋਂ ਫਿਰ ਬਾਪੂ ਕਹਿੰਦਾ ਤੂੰ ਪਿਓ ਦਾ ਪਿਓ ਬਣਦਾ। ਹਾਂ। ਪਰ ਬਾਪੂ ਉਹਨਾਂ ਨੇ ਨਹੀਂ ਆਏ ਆਖੇ ਵੀ ਤੂੰ ਪਿਓ ਦਾ ਪਿਓ ਬਣਦਾ। ਮੇਰਾ ਖਿਆਲ ਹੈ ਕਿ ਕੁਦਰਤ ਦਾ ਨਾ ਕੁਝ ਆਪਣਾ ਪਹਿਰਾ ਹੁੰਦਾ ਜੀ। ਤੇ ਮੈਂ ਆਪਣੇ ਫਾਦਰ ਅੱਗੇ ਜਦੋਂ ਇਹ ਪੇਸ਼ਕਸ਼ ਕੀਤੀ ਜੀ ਕਿ ਆਪਾਂ ਨੂੰ ਕਾਰੋਬਾਰ ਕਰਨਾ ਚਾਹੀਦਾ ਤੇ ਇਸ ਤਰ੍ਹਾਂ ਅਖਬਾਰ 'ਚ ਆਇਆ ਤੇ ਮੈਂ ਚਾਹੁੰਦਾ ਹਾਂ ਕਿ ਆਪਾਂ ਇਸ ਕੰਪਨੀ ਨਾਲ ਗੱਲਬਾਤ ਕਰੀਏ। TVS ਬਹੁਤ ਮਸ਼ਹੂਰ ਕੰਪਨੀ ਹੈ ਜੀ। ਤੇ ਉਹਨਾਂ ਨਾਲ ਇੱਕ ਮੈਚੁਰ ਬੰਦਾ ਚਾਹੀਦਾ ਸੀ ਗੱਲ ਕਰਨ ਵਾਸਤੇ। ਜੀ। ਮੈਂ ਸਮਝਦਾ ਕੋਈ ਸੱਚੇ ਪਾਤਸ਼ਾਹ ਦੀ ਮਿਹਰ ਹੀ ਸੀ ਕਿ ਮੇਰੇ ਫਾਦਰ ਦੇ ਮਨ 'ਚ ਇਹ ਗੱਲ ਬਹਿ ਗਈ ਕਿ ਬੱਚਾ ਛੋਟਾ ਆ ਲੇਕਿਨ ਸਹੀ ਗੱਲ ਕਰਦਾ। ਉਸ ਤੋਂ ਬਾਅਦ ਕਿਤੇ ਬਾਅਦ ਆਹ ਚੀਜ਼ ਇੱਥੇ ਲੱਗਣੀ ਆ ਚੀਜ਼ ਉੱਥੇ ਲੱਗਣੀ ਆ ਉਹਦੇ 'ਚ ਹੋ ਗਏ ਹੋਣਗੇ ਪਰ ਉਹਨਾਂ ਦੀ ਰੂਹ 'ਚ ਹੀ ਮੈਂ ਸਮਝਦਾ ਕਿ ਪਰਮਾਤਮਾ ਹੀ ਸਮਾ ਗਿਆ ਸੀਗਾ ਔਰ ਤਿੰਨੇ ਭਰਾਵਾਂ ਦਾ ਏਕਾ ਬਣ ਗਿਆ ਕਿ ਆਪਾਂ ਕੁਝ ਇਹ ਜੋ ਬੱਚੇ ਨੇ ਇਹਨਾਂ ਦੀ ਗੱਲ ਨੂੰ ਆਪਾਂ ਮੰਨੀਏ ਔਰ ਇਹ ਅੱਗੇ ਲੱਗਣ ਤੇ ਅਸੀਂ ਪਿੱਛੇ ਚੱਲਦੇ ਆ। ਤੇ ਹੁਣ ਕੀ ਆ ਵੀ ਹੁਣ ਦੋਨਾਂ ਦੋਸਤਾਂ ਦੀ ਵੀਰਾਂ ਦੀ ਹੁਣ ਕਿਵੇਂ ਆ ਕਿਤੇ ਅੜਫਸ ਹੋ ਜਾਂਦੀ ਆ? ਉਸ ਵੇਲੇ ਮਤਲਬ ਜਿਹੜੀ ਇੰਨਾ ਜ਼ਿਆਦਾ ਜਿਹਨੂੰ ਕਹਿੰਦੇ ਆਰਟੀਫਿਸ਼ੀਅਲ ਇੰਟੈਲੀਜੈਂਸ ਹਾਂਜੀ ਨਹੀਂ ਸੀ। ਹੁਣ ਤੁਹਾਡੀਆਂ ਸੋਸ਼ਲ ਮੀਡੀਆ ਵਗੈਰਾ ਹੋ ਗਿਆ। ਆਈ ਥਿੰਕ ਕਿ ਮੈਂ ਇਹਦੀ ਵਿਜ਼ਨ ਨਾਲ ਮੈਚ ਨਹੀਂ ਕਰ ਸਕਦਾ ਜੀ। ਆਈ ਨੀਡ ਮਤਲਬ ਮੈਨੂੰ ਇਹ ਗੱਲ ਸਮਝਣੀ ਪਏਗੀ ਕਿ ਮੈਂ ਇਹਦੀ ਓਪੀਨੀਅਨ ਨੂੰ ਰਿਸਪੈਕਟ ਕਰਾਂ ਜੀ। ਬਾਕੀ ਇਹ ਜਿਹੜੀਆਂ ਜਿਵੇਂ ਤੁਹਾਡੀ ਮਾਰਕੀਟਿੰਗ ਹੋ ਗਈ ਉਹਦੇ ਵਿੱਚ ਇਹ ਬਹੁਤ ਚੰਗਾ ਵਾ ਹਾਂਜੀ। ਹੋਰ ਜਿਹੜੀਆਂ ਚੀਜ਼ਾਂ 'ਚ ਮੈਨੂੰ ਇੱਕ ਦੇ ਨਾਲ ਰਾਇ ਕਰਨੀ ਆ ਕਰ ਲੈਂਦਾ ਵਾ ਜੀ। ਤੇ ਚਾਹੇ ਮੈਂ ਕੁਝ ਵੀ ਕਰ ਲਾਂ ਜੀ ਇਹਨਾਂ ਨੂੰ ਹੀ ਜਾਣਾ ਜੀ। ਇਹਨਾਂ ਦਾ ਹੀ ਹੈ ਹਾਂਜੀ। ਆਪਾਂ ਤਾਂ ਮਤਲਬ ਫਿਰ ਵਾਦ ਕਰਨਾ ਤੇ ਜਿਹਦੇ ਕੋ ਵੀ ਜਾਣਾ ਇਹ ਕਿਸੇ ਕੋਲ ਨਹੀਂ ਰਹਿਣਾ ਇਹ ਅੱਗੇ ਤੁਰੀ ਰਹਿਣੀ ਹੈ। ਸਾਡੇ ਕਹਿੰਦੇ ਨੇ ਵੀ ਪੁੱਤ ਸਪੋਤਾ ਹਾਂ ਤੇ ਤਾਂ ਵੀ ਫਿਰ ਕਿਉਂ ਡਰਨਾ? ਬਿਲਕੁਲ। ਜੇ ਪੁੱਤ ਕਪੋਤਾ ਤਾਂ ਫਿਰ ਵੀ ਕਿਉਂ ਡਰਨਾ? ਫਿਰ ਵੀ ਉਹਨੇ ਖਰਾਬ ਤਾਂ ਕਰ ਹੀ ਦੇਣਾ। ਬਸ ਇੰਨਾ ਖੁਸ਼ ਰਹੋ ਕਿ ਪੁੱਤ ਸਪੋਤਾ ਹਾਂ ਬਸ ਇੰਨੀ ਇਹੀ ਪ੍ਰਾਪਰਟੀ ਹੈ ਸਭ ਤੋਂ ਵੱਡੀ ਬਸ ਹੈਨਾ। ਮਤਲਬ ਟੈਕਨੋਲੋਜੀ ਨਾਲੋਂ ਜੀ ਕਿਸੇ ਵੀ ਚੀਜ਼ ਨਾਲੋਂ ਜ਼ਿਆਦਾ ਮੈਂ ਇਹ ਕਹੂੰਗਾ ਕਿ ਇਹਨਾਂ ਨੇ ਸਾਡੇ ਸੰਸਕਾਰ ਪਾਏ ਨੇ। ਇਹ ਮਤਲਬ ਲੁੱਟ ਖਸੁੱਟ ਦਾ ਪੈਸਾ ਨਹੀਂ ਚਾਹੁੰਦੇ। ਅਸੀਂ ਅੱਜ ਦੇ ਦਿਨ 'ਚ ਗਾਹਕਾਂ ਦਾ ਸਭ ਤੋਂ ਵੱਡਾ ਪਰਿਵਾਰ ਹੈ ਸਾਡੇ ਗਾਹਕ ਜਿਨ੍ਹਾਂ ਨੇ ਸਾਡੇ ਕੋਲੋਂ ਅਸੀਂ 1 ਲੱਖ ਟਾਇਰ ਜਿਹੜਾ ਟਰੈਕਟਰ ਦਾ ਉਹਨੂੰ ਰਬੜ ਚੜਾ ਚੁੱਕੇ ਹਾਂ ਜੀ ਹਾਂਜੀ। ਤੇ ਉਹਦੇ ਵਿੱਚ ਉਹਨਾਂ ਘਰਾਂ ਦੇ ਵਿੱਚ ਸਾਡੀ ਸ਼ਮੂਲੀਅਤ ਆ। ਹੁਣ ਵੀ ਜ਼ਿਮੀਂਦਾਰ ਆ ਜਾਂਦਾ ਅਸੀਂ 10,000 ਦਾ ਘਾਟਾ ਖਾ ਲਈਦਾ ਜੀ ਤੇ ਇਹ ਕੋਈ ਗੱਲ ਨਹੀਂ। ਅਸੀਂ ਇੱਕ ਬਿਜ਼ਨਸ ਹਾਊਸ ਸਾਨੂੰ ਫਰਕ ਨਹੀਂ ਪੈਂਦਾ ਲੇਕਿਨ ਇੱਕ ਇੰਡੀਵਿਜੂਅਲ ਬੰਦੇ ਨੂੰ ਬਹੁਤ ਮੈਟਰ ਕਰਦਾ। ਕਲੇਮ ਦੇਣ ਵੇਲੇ ਵੀ ਮੈਂ ਇਹਨਾਂ ਨੂੰ ਕਹਿੰਦਾ ਨਾ ਇਹਨਾਂ ਦੀ ਵੀ ਐਟੀਟਿਊਡ ਇਹੋ ਜਿਹੀ ਆ ਛੱਡੋ ਪਰਾਂ 10-20 ਹਜ਼ਾਰ ਦੀ ਕੋਈ ਗੱਲ ਨਹੀਂ ਟਾਇਰ ਚੇਂਜ ਕਰਨ ਲੱਗਿਆ ਅੱਖਾਂ ਬੰਦ ਕਰ ਲੈਂਦੀਆਂ। ਇੱਕ ਕਲੇਮ ਦੀ ਗੱਲ ਚੱਲੀ ਹੈ ਮਤਲਬ ਗਾਰੰਟੀ ਦੇ ਵਿੱਚ ਜਦੋਂ ਟਾਇਰ ਉਰੇ ਪਰੇ ਹੋ ਗਿਆ ਗੁੱਡੀ ਪੱਟੀ ਗਈ ਕੋਈ ਇਸ ਤਰ੍ਹਾਂ ਦੀ ਹੁੰਦੀ ਹੈ? ਹਾਂਜੀ। ਜਿਵੇਂ ਪਿਛਲਾ ਟਾਇਰ ਹੋਇਆ ਟਰੈਕਟਰ ਦਾ ਉਹਦੀ 5 ਸਾਲ ਦੀ ਕਵਰੇਜ ਹੁੰਦੀ ਆ। ਕੋਈ ਗੁੱਡੀ ਫੁੱਟ ਜੇ ਜਾਂ ਕਿਸੇ ਤਰੀਕੇ ਦੀ ਪ੍ਰੋਬਲਮ ਆ ਜੇ ਤੇ ਉਹਦੀ ਅਸੀਂ ਕਵਰੇਜ ਦਿੰਦੇ ਆ ਤੇ ਉਹ ਕਵਰ ਕਰੀਦਾ ਉਹਨੂੰ। ਨਹੀਂ ਜਿਵੇਂ ਗੁੱਡੀ ਇੱਕ ਤਾਂ ਹੁੰਦੀ ਗੁੱਡੀ ਪੱਟੀ ਗਈ ਟਰਾਲੀ 'ਚ ਫਸ ਕੇ ਪੱਟੀ ਗਈ ਕਿਸੇ ਵੀ ਤਰ੍ਹਾਂ ਪੱਟੀ ਗਈ ਗੱਡੀ ਨਹੀਂ ਮਤਲਬ ਸਾਡੀ ਜਿਹੜੀ ਰਬੜ 'ਚ ਸਾਡੇ ਕੰਮ ਕੀਤੇ 'ਚ ਜੇ ਕਮੀ ਆ ਜੇ ਜੇ ਕੋਈ ਕੱਟ ਲੱਗ ਜਾਏ ਮੇਜਰ ਚਲੋ ਉਹ ਵੀ ਕੋਸ਼ਿਸ਼ ਕਰੀਦੀ ਜਸਟ ਜਿੰਨਾ ਕਰ ਸਕਦੇ ਕਰੀਏ ਪਰ ਜੇ ਕੋਈ ਮੇਜਰ 'ਚ ਆ ਗਿਆ ਫਿਰ ਉਹ ਕਵਰ ਨਹੀਂ ਕੀਤਾ ਜਾਂਦਾ। ਜਿਵੇਂ ਹੁਣ ਮੰਨ ਕੇ ਚਲੋ ਵੀ ਲੜਾਈ ਹੋ ਗਈ ਮੇਰੇ ਅੱਗੇ ਟੋਕਾ ਮਾਰ ਕੇ ਟਾਇਰ ਪਾੜ ਲੈਣਾ ਕਿ ਤੁਹਾਡੇ ਕੋਲ ਤੁਰੇ ਫਿਰੇ ਉਹਦਾ ਫਿਰ ਅਸੀਂ ਨਹੀਂ ਕਰ ਸਕਦੇ ਕਵਰ ਹਾਂ ਜਾਣ ਬੁੱਝ ਕੇ ਨਾ ਹੋਏ। ਹਾਂ ਕੋਸ਼ਿਸ਼ ਕਰੀਦੀ ਵੱਧ ਤੋਂ ਵੱਧ ਜਸਟ ਕਰੀਏ। ਕਲੇਮ ਦਈਦਾ ਮਤਲਬ ਕਲੇਮ ਮੇਰੇ 'ਚ ਜੀ ਬਹੁਤ ਘੱਟ ਆਉਂਦਾ ਵਾ। ਮਤਲਬ ਜੇ 1000 ਟਾਇਰ ਬਣਾਏ ਤੇ ਮੇਰੇ ਖਿਆਲ ਨਾਲ 2 ਜਾਂ 5 10 ਟਾਇਰ ਮੁਸ਼ਕਲ ਨਾਲ ਕੋਈ ਪ੍ਰੋਬਲਮ ਆਉਂਦੀ ਹੈ। ਯਾਰ ਕੋਈ ਕੰਪਨੀ ਕਲੇਮ ਵਾਲਾ ਸੋਚਦੀ ਕੋਈ ਉਦੋਂ ਆ ਜਦੋਂ ਉਹਨਾਂ ਨੂੰ ਪਤਾ ਕਿ ਆਪਾਂ ਦੇਣਾ ਹੀ ਨਹੀਂ। ਪਤਾ ਹੈ ਕਿ ਸਾਨੂੰ ਦੇਣਾ ਪੈਣਾ ਹੀ ਨਹੀਂ ਉਦੋਂ ਹੀ ਅਗਲਾ ਗਾਰੰਟੀ ਲੈਂਦਾ ਨਾ ਕੰਮ ਦੀ। ਬਿਲਕੁਲ। ਜਦੋਂ ਆਪਾਂ ਕੰਮ ਹੀ ਉਦੋਂ ਆਪਾਂ ਗਾਰੰਟੀ ਵਾਲਾ ਆਪਾਂ ਕਹਿੰਦੇ ਕਿ ਗਾਰੰਟੀ ਵਾਲਾ ਕੰਮ ਆ ਗਾਰੰਟੀ ਵਾਲਾ ਕੰਮ ਹੀ ਉਦੋਂ ਕਹਿੰਦੇ ਆਪਾਂ ਜਦੋਂ ਆਪਾਂ ਨੂੰ ਪਤਾ ਕਿ ਕੰਮ ਹੀ ਗਾਰੰਟੀ ਆ। ਚਾਹੇ ਜੀ ਕੋਈ ਵੀ ਕੰਪਨੀ ਹੋਏ ਜੀ 1-2% ਟਾਇਰਾਂ ਦੇ ਕੰਮ ਦੇ ਵਿੱਚ ਕਲੇਮ ਆਣਾ ਹੀ ਆ ਹਾਂਜੀ। ਔਰ ਕੰਪਨੀ ਨੂੰ ਮਤਲਬ ਇੱਕ ਰਵੱਈਆ ਬਣਾਉਣਾ ਪੈਂਦਾ ਹੈ ਕਿ ਮੈਂ ਕਲੇਮ ਦੇਣਾ ਹੀ ਦੇਣਾ ਚਾਹੇ ਕੁਝ ਵੀ ਹੋ ਜਾਏ। ਇੱਕ ਪਿੰਡ ਵਿੱਚ 20 40 50 ਟਰੈਕਟਰ ਹੈ ਤੁਸੀਂ ਅਫੋਰਡ ਹੀ ਨਹੀਂ ਕਰ ਸਕਦੇ ਗਾਹਕ ਦਾ ਦਿਲ ਤੋੜ ਦਿਓ। ਜੇ ਤਾਂ ਕੰਮ ਖਰਾਬ ਹੋ ਗਿਆ ਉਹਨੇ 20 ਨੂੰ ਦੱਸਣਾ, ਜੇ ਤਾਂ ਠੀਕ ਹੋ ਗਿਆ ਉਹਨੇ ਇੱਕ ਨੂੰ ਵੀ ਨਹੀਂ ਦੱਸਣਾ।
ਸੋ ਇਸ ਬਿਜ਼ਨਸ ਦੀ ਇਹ ਪਾਲਿਸੀ ਆ ਕਿ ਗਾਹਕ ਖੁਸ਼ ਰਹਿਣਾ ਲਾਜ਼ਮੀ ਹੈ। ਵੀ ਮਤਲਬ ਇੱਕ ਬਜਟ ਹੀ ਬਣਾ ਲੈਂਦੇ ਆ ਆਪਾਂ, ਉਹ ਬਣਾਇਆ ਹੋਇਆ ਵੀ ਮਤਲਬ ਜਿਵੇਂ ਆਪਾਂ ਤਨਖਾਹਾਂ ਦਾ ਬਣਾ ਲਿਆ, ਜਿਵੇਂ ਆਪਾਂ ਬਿੱਲ ਦਾ ਬਣਾ ਲਿਆ, ਆਪਾਂ ਕਲੇਮ ਦਾ ਵੀ ਇੱਕ ਬਜਟ ਬਣਾ ਲਿਆ, ਐਲੋਕੇਸ਼ਨ ਹੁੰਦੀ ਵੱਖਰੀ ਉਹਦੀ ਵੀ ਇੰਨਾ ਪਤਾ ਵੀ ਕਲੇਮ ਹੈ ਵੀ ਇੰਨੇ ਦੇਣੇ ਹੀ ਦੇਣੇ। ਹਾਂ ਤੁਸੀਂ ਦੇਖੋ ਸਾਡਾ ਵੀ ਉਹ ਕਿਸਮਤ ਆ ਵੀ ਉਹ ਚੋਂ ਬਚ ਜੇ ਆਪਾਂ ਨੂੰ। ਹਾਂ ਉਹ ਤੇ ਫਿਰ ਤੁਹਾਡੇ ਕੰਮ ਕੀਤੇ ਤੇ ਹੈ ਜੀ। ਦੇਖੋ ਜੀ ਜਨਰਲ ਫੇਰ ਹੀ ਕੁਆਲਿਟੀ ਬਣਦੀ ਬਈ। ਹਾਂ ਬਿਲਕੁਲ ਫੇਰ ਹੀ ਜਨਰਲ ਪ੍ਰੈਕਟਿਸ ਤੇ ਭਾਜੀ ਕਲੇਮ ਆਉਂਦਾ ਬਹੁਤ ਘੱਟ ਆ। ਵੇਖੋ ਭੱਠਿਆਂ ਪੁੱਠਿਆਂ ਤੋਂ ਵੇਖੋ ਸਭ ਤੋਂ ਵੱਧ ਮੈਂ ਤੇ ਵੇਖਦਾ ਟਾਇਰ ਕੋਈ ਵਾਂਦਾ ਤੇ ਭੱਠੇ ਵਾਲੇ ਖਲੋਣ ਨਹੀਂ ਦਿੰਦੇ, ਖਲੋਣ ਨਹੀਂ ਦਿੰਦੇ ਟਾਇਰ। ਉਹ ਮਤਲਬ ਟਰੈਕਟਰ ਉਹਨਾਂ ਨੂੰ ਵਾਰਾ ਹੀ ਨਹੀਂ ਖਾਂਦਾ। ਇੱਟ ਤੇ ਉਹਨਾਂ ਨੇ ਬਣਾਈ, ਉਹਨਾਂ ਨੇ ਵੇਚਣੀ ਆ ਤੇ ਉਹਨਾਂ ਨੇ ਟਰੈਕਟਰ ਖਲੋਣ ਨਹੀਂ ਦੇਣਾ। ਭੱਠਿਆਂ ਤੇ ਇੱਥੇ ਮੈਂ 30 35 ਸਾਲ ਹੋ ਗਏ ਇੱਥੇ ਮਾਝੇ ਦੇ ਵਿੱਚ। ਹੁਣ ਤੇ ਚਲੋ ਮਾਲਵੇ 'ਚ ਵੀ ਭੱਠਿਆਂ 'ਚ ਜਾਣ ਲੱਗ ਪਏ ਟਰੈਕਟਰ, ਫਿਰ ਟਾਇਰ ਜਾਣ ਲੱਗ ਪਏ ਮਾਲਵੇ 'ਚ ਭੱਠਿਆਂ 'ਚ। ਮਾਝੇ 'ਚ ਲੋਕ ਬਹੁਤ ਸਾਲਾਂ ਤੋਂ 35 ਸਾਲਾਂ ਤੋਂ ਸਾਡੇ ਨਾਲ ਰੀਡਡ ਕਰਦੇ ਆ। ਦਲਰੂਪ ਇੱਕ ਗੱਲ ਬਾਈ ਹੋਰ ਦੱਸ। ਹਾਂਜੀ ਵੀਡੀਓ ਮੇਰੇ ਹਿਸਾਬ ਨਾਲ ਲੰਬਾ ਹੋ ਗਿਆ ਕੰਮ ਤੇ ਮੈਨੂੰ ਲੱਗ ਨਹੀਂ ਰਿਹਾ ਵੀ ਹਜੇ ਵੀ ਗੱਲਾਂ ਮੁੱਕ ਗਈਆਂ। ਹਾਂਜੀ ਪਰ ਮੈਂ ਫਿਰ ਵੀ ਤੁਹਾਨੂੰ ਇੱਕ ਗੱਲ ਹੋਰ ਪੁੱਛਦਾ ਹਾਂਜੀ ਵੀ ਤੁਹਾਡੇ ਕੋਲੇ ਕੋਈ ਸੋਸ਼ਲ ਸਾਈਟ, ਕੋਈ ਪੇਜ, ਕੋਈ ਚੈਨਲ, ਕੋਈ ਇਹੋ ਜਿਹੀ ਚੀਜ਼ ਹੈ ਜਿੱਤੇ ਲੋਕ ਤੁਹਾਡੇ ਨਾਲ ਸੰਪਰਕ ਕਰ ਲੈਣ? ਬਿਲਕੁਲ। ਵੇਖੋ ਜੀ ਅੱਜ ਕੱਲ੍ਹ ਤੇ ਸਾਰਾ ਕੁਝ ਹੀ ਆਨਲਾਈਨ ਸੋਸ਼ਲ ਮੀਡੀਆ ਤੇ ਕੰਮ ਚੱਲਦਾ ਜੀ। ਫੇਸਬੁੱਕ ਤੇ ਸਾਡਾ ਪੇਜ ਹੈ ਜੀ ਹਾਈਵੇ ਟ੍ਰੈਡਸ ਬਟਾਲਾ। ਤੁਸੀਂ ਉਹਦੇ ਤੇ ਪਾਓਗੇ ਹਾਈਵੇ ਬਟਾਲਾ ਪਾ ਲਓ, ਹਾਈਵੇ ਟ੍ਰੈਡਸ ਬਟਾਲਾ ਪਾ ਲਓ, ਉੱਥੇ ਸਾਡੇ ਫੇਸਬੁੱਕ ਦਾ ਪੇਜ ਆ। ਉੱਥੇ ਸਾਰੇ ਟਾਇਰ ਉੱਥੇ ਲਿਖੇ ਆ, ਪਿਕਚਰਸ ਪਈਆਂ ਨੇ ਕਿਹੜੀ ਅਸੀਂ ਕੁਆਲਿਟੀ ਦਿੰਦੇ ਆ। ਉੱਥੇ ਲੋਕੀ ਕੰਟੀਨਿਊਸਲੀ 12 ਮਹੀਨੇ ਉਹ ਸਾਡੀ ਸਪਾਂਸਰ ਐਡ ਚੱਲਦੀ ਰਹਿੰਦੀ ਆ, ਲੋਕਾਂ ਤੱਕ ਰੀਚ ਕਰੀਦੀ ਆ ਵੀ ਜਿਹਦਾ ਮਤਲਬ ਜੇ ਤੁਹਾਡੀ ਬਜਟ ਹੁੰਦੀ, ਤੁਹਾਨੂੰ ਫਾਇਦਾ ਲੱਗਦਾ ਤੇ ਕੰਮ ਕਰਾ ਦੇਣਾ ਚਾਹੀਦਾ। ਤੇ ਉਹਦੇ 'ਚ ਫਿਰ ਲੋਕੀ ਇੱਕ ਗੱਲ ਜ਼ਰੂਰ ਹੈ ਵੀ ਉਹਦੇ 'ਚ ਨਾ ਜਦੋਂ ਮੈਸੇਜ ਆਉਂਦੇ ਨੇ ਅਸੀਂ ਇੱਕ ਪੈਡ ਫਾਰਮੈਟ 'ਚ ਮੈਸੇਜ ਭੇਜਦੇ ਹਾਂ ਕਿ ਵੀ ਤੁਸੀਂ ਸਾਨੂੰ ਕਾਲ ਜਾਂ WhatsApp ਤੇ ਗੱਲ ਕਰ ਲਓ। ਉੱਥੇ ਕਈ ਲੋਕ ਇਨਸਿਸਟ ਕਰਦੇ ਆ ਵੀ ਰੇਟ ਸਾਨੂੰ ਇੱਥੇ ਦੱਸੋ। ਉਹ 'ਚ ਮੁਸ਼ਕਲ ਇਹ ਹੁੰਦੀ ਹੈ ਜੀ ਵੀ ਰੇਟ ਕਿਸ ਚੀਜ਼ ਦਾ ਦੱਸੀ ਵੀ ਤਿੰਨ ਟਾਈਪ ਦੀ ਇਹਦੇ 'ਚ ਸਿਸਟਮ ਆ ਵੀ ਕੋਈ ਟਾਇਰ ਕਹਿੰਦਾ ਜੀ ਮੇਰੇ ਰੀਸੋਲ ਕਰ ਦਿਓ, ਉਹਦਾ ਅਲੱਗ ਰੇਟ ਹੈ। ਕੋਈ ਕਹਿੰਦਾ ਜੀ ਮੇਰੇ ਅਟਾ ਸੱਟਾ ਅਦਲਾ ਬਦਲੀ ਕਰ ਦਿਓ, ਉਹਦਾ ਅਲੱਗ ਰੇਟ। ਕੋਈ ਕਹਿੰਦਾ ਜੀ ਮੇਰੇ ਕੋਲ ਟਾਇਰ ਵੀ ਮੈਂ ਨਹੀਂ ਦੇਣੇ, ਮੈਂ ਬਾਹਰ ਵੇਚ ਲਿਆ ਤੇ ਤੁਸੀਂ ਆਪਣੇ ਟਾਇਰ ਤਿਆਰ ਭੇਜ ਦਿਓ, ਮੈਂ ਟਾਇਰ ਨਹੀਂ ਦੇਣੇ, ਉਹਦਾ ਅਲੱਗ ਰੇਟ ਆ। ਸੋ ਇਸ ਕਰਕੇ ਰੇਟ ਉੱਥੇ ਦੇਣਾ ਨਾ ਇੱਕ ਫਿਜ਼ੀਬਲ ਦੀ ਤਰੀਕਾ ਨਹੀਂ। ਫਿਰ ਗਰੰਟੀ ਦੀ ਕਈ ਵਾਰੀ ਭੁਲੇਖਾ ਰਹਿੰਦਾ। ਹੁਣ ਟਰੈਕਟਰ ਦੇ ਪਿਛਲੇ ਟਾਇਰਾਂ ਦਾ 5 ਸਾਲ ਦੀ ਗਰੰਟੀ ਹੈ, ਅਗਲੇ ਜਿਹੜੇ ਉਹਨਾਂ ਦੀ 2 ਸਾਲ ਦੀ ਆ। ਹੁਣ ਟਰੱਕ ਸੈਗਮੈਂਟ ਜਿਹੜੇ ਰੋਡ ਤੇ ਚੱਲਦੇ ਆ ਉਹਨਾਂ ਦੀ ਗਰੰਟੀ ਫਿਰ ਡਿਫਰੈਂਟ ਆ। ਉਹ ਫਿਰ ਇੱਥੇ ਕਲੈਸ਼ ਹੋ ਜਾਂਦੀ ਹੈ। ਇਸ ਕਰਕੇ ਉਹਨਾਂ ਨੂੰ ਮੌਕੇ ਤੇ ਆਨਲਾਈਨ ਰੇਟ ਦੇਣਾ ਨਾ ਥੋੜਾ ਮੁਸ਼ਕਿਲ ਹੋ ਜਾਂਦਾ। ਜਦੋਂ ਕਾਲ ਕਰਦਾ ਨਾ ਬੰਦਾ, ਫਿਰ ਉਹ ਜਿਹੜਾ ਇੱਥੇ ਸਾਡਾ ਮੌਕੇ ਤੇ ਸਟਾਫ ਹੁੰਦਾ ਵਾ ਉਹਨਾਂ ਨੂੰ ਚੰਗੀ ਤਰੀਕੇ ਨਾਲ ਐਕਸਪਲੇਨ ਕਰ ਦਿੰਦਾ। ਫਾਇਦਾ ਤਾਂ ਹੀ ਆ ਜੇ ਤੁਹਾਨੂੰ ਚੰਗੇ ਤਰੀਕੇ ਨਾਲ ਸਮਝਾ ਪਾਈਏ, ਫੇਰ ਹੀ ਗੱਲ ਹੈ ਨਾ। ਬਾਕੀ ਟਾਇਰ ਦਾ ਕੋ ਪਹੁੰਚੇਗਾ ਤੁਸੀਂ ਤਸੱਲੀ ਕਰਨੀ ਆ, ਫੇਰ ਹੀ ਤੁਸੀਂ ਪੈਸੇ ਦੇ। ਹਾਂ ਨਹੀਂ ਤੇ ਕਈ ਵਾਰੀ ਨਹੀਂ ਵੀ ਕਸਟਮਰ ਨੂੰ ਪਸੰਦ ਆਉਂਦੇ ਤੇ ਵਾਪਸ ਵੀ ਆ ਜਾਂਦੇ ਨੇ, ਕਿਸੇ ਹੋਰ ਕੋ ਚੱਲ ਜਾਂਦੇ। ਮੇਰੇ ਹਿਸਾਬ ਨਾਲ ਫੋਨ ਕਰਨਾ ਤਾਂ ਮੈਸੇਜ ਨਾਲ ਸੌਖਾ ਕੰਮ ਆ। ਫੋਨ ਬੈਟਰ ਆ। ਸਾਨੂੰ ਵੀ ਵਿਸ਼ਵਾਸ ਹੁੰਦਾ ਜੀ। ਪਤਾ ਕੀ ਜੀ ਵੇਖੋ ਕਈ ਵਾਰੀ ਭੁਲੇਖਾ ਲੱਗ ਜਾਂਦਾ ਬੰਦੇ ਨੂੰ। ਕਈ ਵਾਰੀ ਇਹ ਵੀ ਸੋਚ ਲੈਂਦੇ ਕਿਉਂਕਿ ਟਾਇਰਾਂ ਦੀ ਕੁਆਲਿਟੀ ਜਾਂ ਪਿਕਚਰਸ ਹੋਵੇਗਾ ਪਤਾ ਲੱਗਦਾ ਵੀ ਨਵਾਂ ਹੀ ਉਹ ਇਮੇਜ। ਕਈ ਬੰਦੇ ਸੋਚਦੇ ਵੀ ਨਵਾਂ ਟਾਇਰ ਦੀ ਇਮੇਜ ਵੀ ਬਣਾ ਲੈਂਦੇ ਆ। ਅਸੀਂ ਫਿਰ ਉਹਨੂੰ ਕਲੈਰਿਟੀ ਦੇਣੀ ਹੁੰਦੀ ਹੈ ਜੀ ਰੀਸੋਲ ਟਾਇਰ ਆ, ਇੰਨੇ ਸਾਲ ਚੱਲੇਗਾ, ਇੰਨੀ ਦੀ ਗਰੰਟੀ। ਮਤਲਬ ਜੋ ਫੋਨ ਤੇ ਆਪਾਂ ਮੂੰਹ ਜ਼ਬਾਨੀ ਗੱਲ ਕਹਿਤੀ, ਜੋ ਤੁਸੀਂ ਰਿਕਾਰਡ ਵੀ ਕਰ ਸਕਦੇ ਹੋ ਜੀਵਨ ਕੀ ਰਿਕਾਰਡ ਕਰ ਉਹ ਤੋਂ ਵੀ ਸੌਖਾ, ਉਹ ਤੋਂ ਵੀ ਸੌਖਾ ਗਰੰਟੀ ਰਿਕਾਰਡ। ਹਾਂ ਗਰੰਟੀ ਰਿਕਾਰਡ ਕਰ ਲਓ। ਮਤਲਬ ਬਹੁਤ ਵਧੀਆ ਲੱਗਿਆ ਬਾਈ ਮਿਲ ਕੇ। ਬੇਫਿਕਰ ਹੋ ਕੇ ਦੋਸਤੋ, ਬੇਫਿਕਰ ਹੋ ਕੇ ਤੁਹਾਨੂੰ ਜਿਹੜਾ ਨੰਬਰ ਇਹ ਕੰਪਨੀ ਦਾ ਦੇਤਾ, ਤੁਸੀਂ ਬੇਫਿਕਰ ਹੋ ਕੇ ਫੋਨ ਵੀ ਕਰ ਸਕਦੇ ਆ, ਰਿਕਾਰਡ ਵੀ ਕਰ ਸਕਦੇ ਆ ਤੇ ਕੰਮ ਵੀ ਕਰਾ ਸਕਦੇ ਆ। ਬਚਤ ਵੀ ਹੋਊਗੀ ਤੇ ਕੰਮ ਵੀ ਚੰਗਾ ਮਿਲੂਗਾ ਕਿਉਂਕਿ ਬੰਦਾ ਮੇਰਾ ਮਿੱਤਰ ਆ ਤੇ ਮੈਂ ਐਵੇਂ ਮਿੱਤਰ ਨਹੀਂ ਬਣਾਉਂਦਾ। ਜੇ ਯਾਰੀ ਪਾਈ ਆ ਤਾਂ ਕੋਈ ਗੱਲਬਾਤ ਬੰਦਿਆਂ 'ਚ ਹੈਗੀ ਆ। ਜਿਉਂਦੇ ਵਾਸਤੇ ਰਹੋ। ਬਹੁਤ ਬਹੁਤ ਧੰਨਵਾਦ।